बिस्मिल्लाहिर्रहमानिर्रहीम। शुरू है अल्लाह ताला के बबरकत नाम से जो दिलों के हाल खूब जानता है। और आज हमारे जो बहुत ही मोहतरम गेस्ट हैं, ऑल द वे फ्रॉम यूके, बहुत ही प्यारी शख्सियत, बहुत ही प्यार करने वाले हमारे मित्र, हमारे भाई अ, जगतार सिंह शहरी साहब हमारे साथ मौजूद हैं। और ये एक सिंगर हैं, ये एक एंकर हैं, बहुत ही मल्टी टैलेंटेड पर्सनालिटी आज हमारे साथ मौजूद हैं। और रेडियो आरजे रह चुके हैं, चैनल्स पे अब एंकर के फ्राई सर अंजाम दे चुके हैं, एक एक्टर भी हैं ये। और बहुत ही मल्टी टैलेंटेड पर्सनालिटी को आज हमने मदऊ किया है अपने शो पे। तो सर जगतार सिंह साहब, बहुत शुक्रिया, आपने हमें टाइम दिया। और मैं आपको ये कहूँगा कि जी आया नु सर। और और सत श्री ਸਭ अकाल ਤੋਂ सर। ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਸਾਡੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ, ਜਿੱਥੇ ਜਿੱਥੇ ਵੀ ਸਾਨੂੰ ਦੇਖਿਆ ਜਾ ਰਿਹਾ, ਸਭ ਨੂੰ ਮੈਂ ਜੀ ਆਇਆਂ ਕਹਾਂਗਾ। ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ, ਆਦਾਬ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਯਾਦ ਕੀਤਾ। ਔਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ, ਹੱਸਦੇ ਰਹੋ ਔਰ ਵਸਦੇ ਰਹੋ। ਮੈਂ ਤਾਂ ਇਹੀ ਕਹਾਂਗਾ ਤੁਹਾਡੇ ਵਾਸਤੇ। ਬਹੁਤ ਸ਼ੁਕਰੀਆ, ਤੁਸੀਂ ਯਾਦ ਕੀਤਾ। ਸਰ ਇਹ ਤੇ ਤੁਹਾਡਾ ਵੱਡਾਪਨ ਹੈ ਸਰ। ਸਰ ਮੈਂ ਥੋੜਾ ਜਿਹਾ ਇਹ ਚਾਹਾਂਗਾ ਕਿ ਤੁਸੀਂ ਸਾਡੇ ਨਾਜ਼ਰੀਨ ਨੂੰ ਇਹ ਦੱਸੋ ਕਿ ਜਗਤਾਰ ਸਿੰਘ ਸਾਹਿਬ ਕੌਣ ਨੇ। ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਦੱਸ ਦਿਓ ਸਰ, ਕਿਉਂਕਿ ਸਾਰੇ ਜਾਨਣਾ ਚਾਹ ਰਹੇ ਨੇ। ਜਗਤਾਰ ਸਿੰਘ ਸਾਹਿਬ ਦਾ ਇੰਟਰੋਡਕਸ਼ਨ ਮੈਂ ਤੇ ਦੇ ਦਿੱਤਾ, ਲੇਕਿਨ ਉਹ ਤੁਹਾਡੇ ਮੂੰਹੋਂ ਵੀ ਸੁਣਨਾ ਚਾਹ ਰਹੇ ਨੇ ਸਰ ਕਿ ਜਗਤਾਰ ਸਿੰਘ ਸਾਹਿਬ ਕੌਣ ਨੇ ਔਰ ਉਹ ਕੀ ਜੀ ਕਰਦੇ ਨੇ, ਔਰ ਉਹ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਸਾਨੂੰ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਇੱਕ ਮਾਮੂਲੀ ਜਿਹਾ ਇਨਸਾਨ, ਇੱਕ ਬੰਦਾ, ਔਰ ਜਿਹਨੂੰ ਤੁਸੀਂ ਬਹੁਤ ਸਾਰਾ ਬੇਹੱਦ ਪਿਆਰ ਦਿੱਤਾ ਹੈ। ਸਾਰੇ ਭਰਾਵਾਂ ਨੇ, ਬਜ਼ੁਰਗਾਂ ਨੇ, ਬੱਚਿਆਂ ਨੇ, ਭੈਣਾਂ ਨੇ, ਮਾਵਾਂ ਨੇ, ਔਰ ਬਹੁਤ ਸਾਰਾ ਬੇਹੱਦ ਪਿਆਰ ਦਿੱਤਾ ਹੈ। ਔਰ ਅੱਜ ਤੋਂ ਯਾਨੀ ਕਿ 1982, ਅੱਜ ਤੋਂ 38 ਸਾਲ ਪਹਿਲਾਂ, 39 ਸਾਲ ਪਹਿਲਾਂ ਮੈਂ ਯੂਕੇ ਆਇਆ ਸੀ, ਆਪਣੇ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਮੰਡੌਰ ਤੋਂ, ਜਿਹੜਾ ਕਿ ਨਾਭਾ ਤੇ ਪਟਿਆਲਾ ਦੇ ਦਰਮਿਆਨ ਹੈ। ਬੇਸ਼ੱਕ ਸਾਡਾ ਘਰ ਪਟਿਆਲੇ ਦੇ ਵਿੱਚ, ਔਰ ਲੇਕਿਨ ਅਸੀਂ ਰਿਹਾ ਕਰਦੇ ਸੀ ਪਿੰਡ ਦੇ ਵਿੱਚ। ਨਾਮ ਮੇਰਾ ਬੇਸ਼ੱਕ ਸ਼ਹਿਰੀ, ਲੇਕਿਨ ਹਾਂ ਪਿੰਡੂ। ਔਰ ਇਸ ਕਰਕੇ ਉੱਥੋਂ ਫਿਰ 1982 ਦੇ ਵਿੱਚ ਯੂਕੇ ਆਉਣਾ ਹੋਇਆ। ਔਰ ਯੂਕੇ ਆ ਕੇ ਇੱਥੇ ਸਭ ਤੋਂ ਪਹਿਲਾਂ ਥੋੜੀ ਬਹੁਤੀ ਅੰਗਰੇਜ਼ੀ ਸਿੱਖੀ। ਔਰ ਕਿਉਂਕਿ ਪਹਿਲਾਂ ਜਦੋਂ ਆਏ ਸੀਗੇ ਉਹਨਾਂ ਦਿਨਾਂ ਦੇ ਵਿੱਚ, ਪਹਿਲਾਂ ਕਿਉਂਕਿ ਅੰਗਰੇਜ਼ੀ ਦੇ ਹੱਥੋਂ ਥੋੜਾ ਜਿਹਾ ਯਾਨੀ ਕਿ ਅੰਗਰੇਜ਼ੀ ਵੱਲੋਂ ਹੱਥ ਤੰਗ ਸੀ, ਇਸ ਕਰਕੇ ਪਹਿਲਾਂ ਸਿੱਖਣ ਦੀ ਜ਼ਰੂਰਤ ਸੀ ਬਹੁਤ ਕੁਛ। ਔਰ ਫਿਰ ਮੈਂ ਇੱਕ ਫੈਕਟਰੀ ਦੇ ਵਿੱਚ ਪਹਿਲਾਂ ਤਾਂ ਕੰਮ ਕਰਨਾ ਸ਼ੁਰੂ ਕੀਤਾ ਜੀ, ਇੱਥੇ ਆ ਕੇ। ਤੇ ਉੱਥੋਂ ਫਿਰ ਫੈਕਟਰੀ ਤੋਂ ਕਰਨ ਤੋਂ ਬਾਅਦ ਫਿਰ ਉੱਥੇ ਕਾਫੀ ਸਖਤ ਕੰਮ ਕਰਨਾ ਪੈਂਦਾ ਸੀਗਾ। ਔਰ ਮੇਰੀ ਤਬੀਅਤ ਮੇਰੀ ਖਰਾਬ ਹੋ ਗਈ। ਔਰ ਇਸ ਕਰਕੇ ਜਦੋਂ ਮੇਰੀ ਤਬੀਅਤ ਖਰਾਬ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਮਾਫ ਕਰਨਾ, ਮੇਰੇ ਫੋਨ ਆ ਰਹੇ ਇਸ ਕਰਕੇ ਵਿੱਚ ਹੀ ਟੈਲੀਫੋਨ ਵੀ ਆ ਰਹੇ। ਔਰ ਜਦੋਂ ਮੇਰੀ ਤਬੀਅਤ ਖਰਾਬ ਹੋ, ਔਰ ਉਸ ਵੇਲੇ ਫਿਰ ਮੈਂ ਫਿਰ ਕੁਝ ਨਾ ਕੁਝ ਸਿੱਖਣਾ ਸ਼ੁਰੂ ਕੀਤਾ। ਸ਼ਾਮ ਦੀਆਂ ਕਲਾਸਾਂ ਅਟੈਂਡ ਕਰਕੇ ਅੰਗਰੇਜ਼ੀ ਦੀਆਂ ਕਲਾਸਾਂ ਮੈਂ ਲਾਉਣੀਆਂ ਸ਼ੁਰੂ ਕੀਤੀਆਂ। ਫਿਰ ਸਿੱਖ ਕੇ ਫਿਰ ਹੌਲੀ ਹੌਲੀ ਕਰਕੇ ਫਿਰ ਮੈਂ ਅਪਲਾਈ ਕਰਦਾ ਰਿਹਾ ਬਹੁਤ ਸਾਰੀਆਂ ਜੌਬਾਂ ਦੇ ਵਾਸਤੇ। ਔਰ ਨਾਲ ਦੀ ਨਾਲ ਮੈਨੂੰ ਸ਼ੌਕ ਵੀ ਸੀ ਸ਼ੁਰੂ ਤੋਂ, ਆਪਣੇ ਗਾਉਣ ਦਾ ਵੀ ਸ਼ੌਕ ਸੀ ਤੇ ਐਕਟਿੰਗ ਦਾ। ਸਭ ਤੋਂ ਪਹਿਲਾਂ ਐਕਟਿੰਗ ਦਾ ਸ਼ੌਕ ਸੀ, ਫਿਰ ਗਾਉਣ ਵਾਲੇ ਪਾਸੇ ਵੀ। ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਗਰੁੱਪ ਬਣਾਇਆ, ਉਹਦਾ ਨਾਮ ਸੀ ਲਿਸ਼ਕਾਰਾ। ਔਰ ਬਹੁਤ ਯਾਨੀ ਕਿ ਲੋਕਾਂ ਨੇ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ। ਫਿਰ ਇਸ ਦੇ ਨਾਲ ਨਾਲ ਸਾਡੇ ਰੇਡੀਓ ਵੀ ਸੀ, ਰੇਡੀਓ ਦਾ ਕੰਮ ਵੀ ਕੀਤਾ। ਰੇਡੀਓ ਡੀਜੇ ਦੇ ਤੌਰ ਤੇ ਕਾਫੀ ਅਰਸਾ 9-10 ਸਾਲ ਮੈਂ ਰੇਡੀਓ ਤੇ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਟੀਵੀ ਐਂਕਰ ਦੇ ਤੌਰ ਤੇ ਵੀ ਮੈਂ ਕੰਮ ਕੀਤਾ। ਕੋਈ 9-10 ਸਾਲ ਮੈਂ ਟੀਵੀ ਐਂਕਰ ਦੇ ਤੌਰ ਤੇ ਵੀ ਕੰਮ ਕੀਤਾ। ਔਰ ਮੀਡੀਆ ਦੇ ਵਿੱਚ ਮੀਡੀਆ ਦੇ ਨਾਲ ਮੇਰਾ ਬਹੁਤ ਗਹਿਰਾ ਤਾਲੁਕਾਤ ਔਰ ਰਿਸ਼ਤਾ ਰਿਹਾ। ਔਰ ਇਸ ਕਰਕੇ ਹਾਲੇ ਤੱਕ ਵੀ ਜਿੱਥੇ ਜਿੱਥੇ ਵੀ ਸਾਡੇ ਜਾਣਨ ਪਹਿਚਾਣਨ ਵਾਲੇ, ਸਾਡੇ ਪਿਆਰ ਕਰਨ ਵਾਲੇ ਸਾਡੇ ਦਰਸ਼ਕ ਨੇ, ਔਰ ਸਾਡੇ ਪਿਆਰ ਕਰਨ ਵਾਲੇ ਲੋਕ ਨੇ, ਭਰਾ ਨੇ, ਭੈਣਾਂ ਨੇ, ਬਜ਼ੁਰਗ ਨੇ, ਬੱਚੇ ਨੇ, ਔਰ ਬਹੁਤ ਬੇਹੱਦ ਪਿਆਰ ਕਰਦੇ ਨੇ। ਔਰ ਰੇਡੀਓ ਟੀਵੀ ਦੇ ਜਦੋਂ ਮੈਂ ਕੰਮ ਕਰਿਆ ਕਰਦਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਅਸਲ ਦੇ ਵਿੱਚ ਜਿਹੜੇ ਮੈਨੂੰ ਨਾਮ ਦੇ ਨਾਲ ਜਾਣਦੇ ਨੇ। ਔਰ ਉਹ ਹੈ ਕਿ ਜਗਤਾਰ ਸਿੰਘ ਸ਼ਹਿਰੀ, ਨਾ ਕੋਈ ਦੁਸ਼ਮਣ ਤੇ ਨਾ ਕੋਈ ਵੈਰੀ। ਕਿਉਂਕਿ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕਰਿਆ ਕਰਦਾ ਸੀ ਤਾਂ ਉੱਥੇ ਮੈਂ ਹਮੇਸ਼ਾ ਪ੍ਰੋਗਰਾਮ ਦੀ ਸ਼ੁਰੂਆਤ ਇਸ ਤਰ੍ਹਾਂ ਕਰਿਆ ਕਰਦਾ ਸੀ ਕਿ ਜ਼ਮੀਨ ਕੰਬਦੀ ਹੈ, ਅਸਮਾਨ ਥਰ ਥਰਾਉਂਦਾ ਹੈ,
ਢੋਲ ਵੱਜੇ ਤਾਂ ਯਾਦ ਪੰਜਾਬ ਆਉਂਦਾ ਹੈ, ਮਿਲਦਾ ਪਿਆਰ ਬੇਹੱਦ ਬੇਹੱਦ ਸੋਹਣੇ ਸੱਜਣਾ ਤੋਂ ਕਹਿੰਦੇ ਰੌਣਕਾਂ ਸ਼ਹਿਰੀ ਜਗਤਾਰ ਲਾਉਂਦਾ ਹੈ। ਮੈਂ ਕਿਹਾ ਸੋਹਣਿਓ ਮੱਖਣੋ ਮਲਾਈ ਦੇ ਰੂਣੇ ਕੋਏ ਦੇ ਪੇੜਿਆ, ਅੱਜ ਫਿਰ ਮੈਨੂੰ ਛੇੜਨ ਲੱਗੇ ਤਾਂ ਬਹੁਤ ਪਿਆਰ ਮੁਹੱਬਤਾਂ ਦੇ ਨਾਲ ਛੇੜਿਆ। ਤੁਹਾਡੀ ਸੇਵਾ ਚ ਹਾਜ਼ਰ ਜਗਤਾਰ ਸਿੰਘ ਸ਼ਹਿਰੀ, ਨਾ ਕੋਈ ਦੁਸ਼ਮਣ ਤੇ ਨਾ ਕੋਈ ਵੈਰੀ। ਸੋ ਇਸ ਯਾਨੀ ਕਿ ਲਫ਼ਜ਼ ਨੂੰ ਬਹੁਤ ਸਾਰਾ ਬੇਹੱਦ ਪਿਆਰ ਦਿੱਤਾ ਔਰ ਇਹੀ ਮੇਰੀ ਪਹਿਚਾਣ ਬਣਿਆ। ਔਰ ਸੋ ਮੈਂ ਫਿਲਹਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਹੁਤ ਸ਼ੁਕਰੀਆ ਸਰ। ਬਹੁਤ ਹੀ ਜ਼ਬਰਦਸਤ ਤੁਸੀਂ ਆਪਣੀ ਇਸ ਸ਼ਾਰਟ ਜੀ ਜਿਹੜੀ ਸਟੋਰੀ ਦੱਸੀ ਹੈ, ਬਹੁਤ ਹੀ ਵੈਸੀ ਇੰਪ੍ਰੈਸਿਵ ਹੈਗੀ ਹੈ ਸਟੋਰੀ। ਸਰ ਥੋੜਾ ਜਿਹਾ ਮੈਨੂੰ ਇਹ ਦੱਸੋ ਕਿ ਅੱਜ ਅਸੀਂ ਵੇਖਨੇ ਆ ਕਿ ਰੇਡੀਓ ਜਿਹੜਾ ਮੀਡੀਅਮ ਹੈ ਉਹ ਅਸੀਂ ਜੀ। ਵੇਖਨੇ ਆ ਕਿ ਉਹ ਜ਼ਵਾਲ ਪਜ਼ੀਰ ਹੈ, ਤੇ ਅਸੀਂ ਉਹਦੇ ਲਈ ਕਿਹੜੇ ਐਸੇ ਇਕਦਾਮਾਤ ਅਸੀਂ ਚੁੱਕੀਏ ਕਿ ਉਹ ਰੇਡੀਓ ਵਾਲਾ ਜਿਹੜਾ ਦੌਰ ਸੀ, ਅਸੀਂ ਕਹਿੰਦੇ ਆ ਉਹ ਬੜਾ ਸੁਨਹਿਰਾ ਦੌਰ ਸੀ ਸਾਡਾ, ਵਾਕਈ ਜੀ ਔਰ ਵਾਕਈ। ਬੜਾ ਹੀ ਮਜ਼ੇਦਾਰ ਉਹ ਲੱਗਦਾ ਸੀ ਕਿ ਇੱਕ ਰੇਡੀਓ ਪਿਆ ਹੁੰਦਾ ਸੀ ਤੇ ਸਾਰੇ ਉਹ ਸੁਣ ਰਹੇ ਨੇ। ਤੇ ਉਹ ਲੇਕਿਨ ਅੱਜ ਉਹ ਬੜੀ ਇੰਡਸਟਰੀ ਜਿਹੜੀ ਹੈ, ਰੇਡੀਓ ਦੀ ਇੰਡਸਟਰੀ ਜਿਹੜੀ ਹੈ ਉਹ ਬੜੀ ਜ਼ਵਾਲ ਪਜ਼ੀਰ ਹੈ। ਇਹਦੀ ਕੋਈ ਵਜੂਹਾਤ ਤੁਸੀਂ ਸਰ ਦੱਸੋ, ਤੇ ਉਹਦਾ ਆਲਟਰਨੇਟ ਕੀ ਤੁਸੀਂ ਮੇਰੇ ਖਿਆਲ ਅੱਜ ਕੱਲ ਕੀ ਕਰ ਰਹੇ ਹੋ ਉਹਦੇ ਬਾਰੇ ਚ, ਤੇ ਫੇਸਬੁੱਕ ਤੇ ਆ ਜਾਂਦੇ ਹੋ ਜਾਂ ਕਿਸ ਤਰ੍ਹਾਂ ਤੋਂ ਆਪਣਾ ਲਾਈਵ ਕਿਸ ਤਰ੍ਹਾਂ ਆਉਂਦੇ ਹੋ ਸਰ ਤੁਸੀਂ? ਜੀ ਇਹਦੀ ਵਜ੍ਹਾ ਤੇ ਜਿਹੜੀ ਹੈ ਕਿ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਰੇਡੀਓ ਕੱਲਾ ਯਾਨੀ ਕਿ ਉਦੋਂ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ, ਕਾਫੀ ਅਰਸਾ ਪਹਿਲਾਂ, ਔਰ ਉਹਨਾਂ ਦਿਨਾਂ ਦੇ ਵਿੱਚ ਰੇਡੀਓ ਬਹੁਤ ਜ਼ਿਆਦਾ ਚੱਲਦਾ ਸੀਗਾ ਔਰ ਟੀਵੀ ਵੀ ਤਾਂ ਬਹੁਤ ਘੱਟ ਹੋਇਆ ਕਰਦੇ ਸਨ ਚੈਨਲ, ਖਾਸ ਕਰਕੇ ਇੱਧਰ ਸਾਡੇ ਯੂਕੇ ਦੇ ਵੱਲ। ਔਰ ਟੀਵੀ ਦੇ ਚੈਨਲ ਬਹੁਤ ਘੱਟ ਹੁੰਦੇ ਸੀ ਔਰ ਲੋਕੀ ਬਹੁਤ ਸਾਰਾ ਰੇਡੀਓ ਸੁਣਿਆ ਕਰਦੇ ਸੀਗੇ, ਸਪੈਸ਼ਲੀ ਦੁਕਾਨਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਟੈਕਸੀ ਡਰਾਈਵਰਸ ਜਾਂ ਹੋਰ ਘਰਾਂ ਦੇ ਵਿੱਚ। ਔਰ ਬਹੁਤ ਜ਼ਿਆਦਾ ਰੇਡੀਓ ਸੁਣਿਆ ਜਾਂਦਾ ਸੀ ਕਿਉਂਕਿ ਹੋਰ ਕੋਈ ਜ਼ਰੀਆ ਨਹੀਂ ਸੀ, ਹੋਰ ਕੋਈ ਐਂਟਰਟੇਨਮੈਂਟ ਹੈ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਲੇਕਿਨ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਔਰ ਸਭ ਕੁਝ YouTube ਦੇ ਉੱਤੇ ਹੈ ਔਰ ਘਰੇ ਬੈਠੇ ਤੁਸੀਂ ਜੋ ਕੁਝ ਮਰਜ਼ੀ ਦੇਖ ਸਕਦੇ ਹੋ, ਜੋ ਕੁਝ ਮਰਜ਼ੀ ਭਾਵੇਂ ਤੁਸੀਂ ਗੱਲਾਂ ਬਾਤਾਂ ਕਰਨੀਆਂ, ਜਿਵੇਂ ਦੇਖੋ ਆਪਾਂ ਫਿਲਹਾਲ ਗੱਲਾਂ ਬਾਤਾਂ ਕਰ ਰਹੇ ਹਾਂ ਕਿੰਨੀ ਦੂਰ ਬੈਠੇ ਹੋਏ ਵੀ। ਔਰ ਇਹ ਜਿਹੜੀ ਟੈਕਨੋਲੋਜੀ ਬਹੁਤ ਦੂਰ ਤੱਕ ਪਹੁੰਚ ਚੁੱਕੀ ਹੈ ਔਰ ਇਸ ਕਰਕੇ ਇਹ ਕਾਰਨ ਹੈ ਕਿ ਰੇਡੀਓ ਦਾ ਜਿਹੜਾ ਥੋੜਾ ਬਹੁਤਾ ਉਹ ਘੱਟ ਹੋ ਗਿਆ ਔਰ ਇਸ ਦੇ ਨਾਲ ਨਾਲ ਟੀਵੀ ਦਾ ਵੀ ਯਾਨੀ ਕਿ ਬਹੁਤ ਡਾਊਨ ਹੋ ਗਿਆ। ਕਿਉਂਕਿ ਜਿਵੇਂ ਆਪਾਂ ਇਹ ਕਹਿ ਲਈਏ ਕਿ ਰੇਡੀਓ ਟੀਵੀ ਜਿਹੜੇ ਆਪਾਂ ਕਿੰਨੀ ਦੂਰ ਤੱਕ ਤੁਸੀਂ ਸੁਣ ਸਕਦੇ ਹੋ, ਦੋ ਚਾਰ ਪਿੰਡ, ਦੋ ਚਾਰ ਸ਼ਹਿਰ ਸੁਣ ਲੈਣਗੇ, ਪੂਰਾ ਦੇਸ਼ ਸੁਣ ਲੇਗਾ, ਪੂਰਾ ਕੰਟਰੀ ਸੁਣ ਲੇਗਾ। ਲੇਕਿਨ ਜਿਹੜਾ ਅੱਜ ਕੱਲ ਦਾ ਸੋਸ਼ਲ ਮੀਡੀਆ ਸਾਰੀ ਦੁਨੀਆ ਦੇ ਵਿੱਚ ਹੀ ਚੱਲਦਾ ਹੈ। ਸੋ ਇਹ ਕਾਰਨ ਹੈ ਕਿ ਰੇਡੀਓ ਦਾ ਜਿਹੜਾ ਯਾਨੀ ਕਿ ਘੱਟ ਜਿਹੜਾ ਥੋੜਾ ਜਿਹਾ ਘੱਟ ਹੋ ਗਿਆ ਰੇਡੀਓ ਟੀਵੀ ਦਾ ਸ਼ੌਕ ਲੋਕਾਂ ਨੂੰ ਸੁਣਨ ਦਾ। ਔਰ ਇਸ ਤੋਂ ਇਲਾਵਾ ਯਾਨੀ ਕਿ ਤੁਸੀਂ ਕਿਹਾ ਕਿ ਮੈਂ ਲਾਈਵ, ਮੈਂ ਬਹੁਤ ਘੱਟ ਵੈਸੇ ਲਾਈਵ ਹੁੰਨਾ ਆਪਣੇ ਫੇਸਬੁੱਕ ਦੇ ਉੱਤੇ ਹੋਈਦਾ ਲਾਈਵ। ਉਹ ਉਦੋਂ ਸਿਰਫ ਜਦੋਂ ਮੈਂ ਕਿਧਰੇ ਬਾਹਰ ਹੌਲੀਡੇ ਵਾਸਤੇ ਘੁੰਮਣ ਫਿਰਨ ਜਾਈਦਾ। ਮੰਨ ਲਓ ਮੈਂ ਪਿੱਛੇ ਪਾਕਿਸਤਾਨ ਵੀ ਮੈਂ ਆਇਆ ਸੀ 2017 ਦੇ ਵਿੱਚ, ਤਾਂ ਉਦੋਂ ਬਹੁਤ ਸਾਰਾ ਲਾਈਵ ਕੀਤਾ ਪਾਕਿਸਤਾਨ ਤੋਂ। ਔਰ ਮੈਨੂੰ ਵੈਸੇ ਉਹ ਬਹੁਤ ਜ਼ਿਆਦਾ ਸ਼ੌਕ ਹੈ ਕਿਉਂਕਿ ਜਿੱਥੇ ਵੀ ਮੈਂ ਜਾਵਾਂ ਕਿ ਮੈਂ ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਦਰਸ਼ਕਾਂ ਨੂੰ, ਆਪਣੇ ਦੇਖਣ ਵਾਲਿਆਂ ਨੂੰ, ਭੈਣ ਭਰਾਵਾਂ ਸਾਰਿਆਂ ਨੂੰ ਮੈਂ ਇਹ ਦੱਸਾਂ ਕਿ ਮੈਂ ਕੀ ਮੈਂ ਦੇਖ ਰਿਹਾ ਔਰ ਮੇਰੇ ਨਾਲ ਨਾਲ ਉਹ ਵੀ ਸਭ ਕੁਝ ਦੇਖਣ ਔਰ ਸੁਣ। ਸਰ ਦੇਖੋ, ਮੈਂ ਵੀ ਤੁਹਾਡਾ ਇੱਕ ਫੈਨ ਹਾਂ ਸਰ, ਲੇਕਿਨ ਅਸੀਂ ਚਾਹੁੰਦੇ ਹਾਂ, ਤੁਹਾਡੇ ਸਾਰੇ ਫੈਨ ਵੀ ਚਾਹੁੰਦੇ ਨੇ ਕਿ ਤੁਸੀਂ ਇੱਕ ਮੀਡੀਅਮ ਕ੍ਰੀਏਟ ਕਰੋ ਜਿਹਦੇ ਉੱਤੇ ਤੁਸੀਂ ਭਾਵੇਂ ਹਫਤੇ ਵਿੱਚ ਇੱਕ ਵਾਰੀ ਲਾਈਵ ਆਓ, ਲੇਕਿਨ ਆਓ ਜ਼ਰੂਰ ਲਾਈਵ। ਸਰ ਤੁਸੀਂ ਬਹੁਤ ਹੀ ਇੰਪ੍ਰੈਸਿਵ ਪਰਸਨੈਲਿਟੀ ਹੋ, ਮੈਂ ਵੀ ਤੁਹਾਨੂੰ ਬਹੁਤ ਅਰਸੇ ਤੋਂ ਫੋਲੋ ਕਰਨਾ ਤੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਸਰ। ਤੇ ਜਿੰਨੇ ਵੀ ਲੋਕ ਨੇ ਸਾਨੂੰ ਦੇਖ ਰਹੇ ਨੇ ਉਹ ਵੀ ਚਾਹੁੰਦੇ ਨੇ ਕਿ ਤੁਸੀਂ ਇੱਕ ਮੀਡੀਅਮ ਕ੍ਰੀਏਟ ਕਰੋ ਤੇ ਉਹਦੇ ਵਿੱਚ ਹਫਤੇ ਵਿੱਚ ਇੱਕ ਵਾਰੀ ਇੱਕ ਵੀਡੀਓ ਤੇ ਜ਼ਰੂਰ ਪਾਓ, ਕਿਉਂਕਿ ਤੁਸੀਂ ਜਿਹੜੀ ਪਰਸਨੈਲਿਟੀ ਤੁਸੀਂ ਜਿਸ ਤਰ੍ਹਾਂ ਗੱਲ ਕਰਦੇ ਹੋ, ਜਿਸ ਤਰ੍ਹਾਂ ਤੁਹਾਡਾ ਸਟਾਈਲ ਹੈ ਸਰ, ਬਹੁਤ ਸਾਰੇ ਲੋਕ ਤੁਹਾਨੂੰ ਫੋਲੋ ਕਰਦੇ ਨੇ ਬਹੁਤ ਬਹੁਤ ਤੇ ਉਹਨਾਂ ਸ਼ੁਕਰੀਆ ਜੀ। ਇਹ ਵਿੱਚ ਤੇ ਮੈਂ ਤੁਹਾਡਾ ਵੀ ਪਿਆਰ ਹੈ ਔਰ ਸਾਡੇ ਭਰਾਵਾਂ ਦਾ ਪਿਆਰ ਹੈ, ਸਾਡੇ ਫੈਨਸ ਦਾ ਪਿਆਰ ਹੈ। ਪਰ ਲੇਕਿਨ ਕੀ ਹੈ ਕਿ ਕਈ ਵਾਰੀ ਜ਼ਿੰਦਗੀ ਦੇ ਰੁਝੇਵੇਂ ਐਸੇ ਹੋਇਆ ਕਰਦੇ ਨੇ ਕਿ ਥੋੜਾ ਜਿਹਾ ਵਕਤ ਕੱਢਣਾ ਬਹੁਤ ਮੁਸ਼ਕਿਲ ਹੋ ਜਾਇਆ ਕਰਦਾ। ਔਰ ਸੋ ਉਹੀ ਕੰਮ ਮੇਰੇ ਨਾਲ ਹੈ ਕਿਉਂਕਿ ਮੈਂ ਫੁੱਲ ਟਾਈਮ ਜੌਬ ਵੀ ਕਰਦਾ ਔਰ ਤੁਹਾਨੂੰ ਪਤਾ ਪਰਿਵਾਰਿਕ ਰੁਝੇਵੇਂ ਵੀ ਕੁਝ ਐਸੇ ਹੁੰਦੇ ਨੇ ਔਰ ਇਸ ਕਰਕੇ ਬੜਾ ਮੁਸ਼ਕਿਲ ਜੇ ਕਈ ਵਾਰੀ ਹੋ ਜਾਂਦਾ। ਸੋ ਮੈਂ ਉਦੋਂ ਹੀ ਵੈਸੇ ਕੋਸ਼ਿਸ਼ ਕਰਦਾ ਜਦੋਂ ਯਾਨੀ ਕਿ ਕਿਧਰੇ ਬਾਹਰ ਗਏ ਔਰ ਉੱਥੋਂ ਵੀਡੀਓ ਪਾ ਦਿੱਤੀਆਂ ਇਹ ਦੱਸਣ ਵਾਸਤੇ, ਹਾਂ ਵੀ ਫਿਲਹਾਲ ਅਸੀਂ ਇੱਥੇ ਆ, ਇੱਥੇ ਦੀ ਕੀ ਖਾਸੀਅਤ ਹੈ। ਸੋ ਇਸ ਤਰ੍ਹਾਂ ਕਰਕੇ ਮੈਂ ਵੀਡੀਓ ਅਕਸਰ ਪਾਉਂਦਾ ਰਹਿਣਾ। ਔਰ ਇਸ ਤੋਂ ਇਲਾਵਾ ਜਾਂ ਜਦੋਂ ਕੋਈ ਮੈਂ ਗੀਤ ਰਿਲੀਜ਼ ਕਰਦਾ ਤਾਂ ਮੈਂ ਗੀਤਾਂ ਦੀ ਵੀਡੀਓਜ਼ ਅਕਸਰ ਪਾਈ ਦੀ ਆਪਣੇ YouTube ਦੇ ਉੱਤੇ ਵੀ ਔਰ ਹੋਰ ਫੇਸਬੁੱਕ ਵਗੈਰਾ ਜਿਹਨੇ ਵੀ ਚੈਨਲ ਨੇ ਔਰ ਸਾਰਿਆਂ ਦੇ ਉੱਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀ ਦੀ। ਔਰ ਸਾਡੇ ਸਾਰੇ ਹੀ ਜਿਹੜੇ ਦਰਸ਼ਕ ਨੇ ਬਹੁਤ ਸਾਰਾ ਪਿਆਰ ਕਰਦੇ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਵੈਸੇ
ਵੀ ਮੈਂ ਸੋਸ਼ਲ ਮੀਡੀਆ ਤੇ ਆਵਾਂ, ਲੇਕਿਨ ਕਈ ਵਾਰੀ ਵਕਤ ਦੇ ਨਜ਼ਾਕਤ ਨੂੰ ਦੇਖਦੇ ਹੋਏ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਜੀ ਬਿਲਕੁਲ ਬਿਲकुल ठीक सर। मैं थोड़ा ਜਿਹਾ ਤੁਹਾਡੇ ਬਾਰੇ ਵਿੱਚ ਮਜ਼ੀਦ ਜਾਨਣਾ ਚਾਹਾਂਗਾ ਕਿ ਮੈਨੂੰ ਇਹ ਦੱਸੋ ਕਿ ਇੱਕ ਮੁੰਡਾ ਪੰਜਾਬ ਦੇ ਸ਼ਹਿਰ ਵਿੱਚ ਪੈਦਾ ਹੁੰਦਾ ਹੈ ਔਰ ਜੀ ਜੀ ਉਹ ਉੱਥੋਂ ਸਟਰਗਲ ਕਰਦਾ 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 ਯੂਕੇ ਕਿਸ ਤਰ੍ਹਾਂ ਪਹੁੰਚਿਆ ਤੇ ਉਹਦੀ ਸਟਰਗਲ, ਜਿਹੜਾ ਉਹ ਮੁੰਡਾ ਸੀ ਜਗਤਾਰ ਸਿੰਘ, ਉਹ ਹਾਂਜੀ ਜਗਤਾਰ ਸਿੰਘ ਸ਼ਹਿਰੀ ਕਿਸ ਤਰ੍ਹਾਂ ਬਣਿਆ ਤੇ ਉਹਨੇ ਉਹ ਸਾਰੀ ਜੋ ਮਾਮਲਾਤ ਸਨ ਉਹਦੀ ਜ਼ਿੰਦਗੀ ਦੇ, ਜਿਹੜੀ ਸਟਰਗਲ ਸੀ, ਉਹਨੇ ਉਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਅਚੀਵ ਕੀਤੀਆਂ ਤੇ ਕਿ ਅੱਜ ਉਹ ਬਹੁਤ ਹੀ ਕਾਮਯਾਬ ਇਨਸਾਨ ਹੈ। ਉਹ ਥੋੜੀ ਜਿਹੀ ਬਾਜੀ ਸਟਰਗਲ ਆਪਣੇ ਬਾਰੇ ਚ ਦੱਸੋ ਸਰ। ਬਾਜੀ ਇਹਦੇ ਪਿੱਛੇ ਵੀ ਕਾਫੀ ਸਾਰਾ ਯਾਨੀ ਕਿ ਸਟਰਗਲ, ਤੁਸੀਂ ਜਿਵੇਂ ਕਹਿੰਦੇ ਹੋ ਕਿ ਇਹ ਜ਼ਿੰਦਗੀ ਦਾ ਨਾਮ ਹੀ ਸਟਰਗਲ ਹੈ ਜੀ। ਔਰ ਜੇਕਰ ਸਾਨੂੰ ਕਹਿੰਦੇ ਨੇ ਕਿ ਪਲੇਟ ਦੇ ਉੱਤੇ ਪਿਆ ਹੋਇਆ ਸਾਰਾ ਕੁਝ ਮਿਲ ਜਾਏ ਨਾ, ਸਾਨੂੰ ਉਹਦੀ ਕਦਰ ਨਹੀਂ ਹੁੰਦੀ ਹੈ। ਔਰ ਇਸ ਕਰਕੇ ਜਦੋਂ ਇਨਸਾਨ ਨੂੰ ਸਟਰਗਲ ਕਰਨੀ ਪੈਂਦੀ ਹੈ, ਫਿਰ ਹੀ ਜ਼ਿੰਦਗੀ ਦੀ ਕੀਮਤ ਦਾ ਪਤਾ ਲੱਗਦਾ ਕਿ ਜ਼ਿੰਦਗੀ ਹੈ ਕੀ ਚੀਜ਼। ਔਰ ਇਸ ਕਰਕੇ ਮੈਂ ਤੇ ਸ਼ੁਰੂਆਤ ਜਦੋਂ ਮੈਂ ਇੰਗਲੈਂਡ ਆਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਬਾਕੀਆਂ ਦੀ ਤਰ੍ਹਾਂ, ਯਾਨੀ ਕਿ ਮੇਰਾ ਇੰਗਲੈਂਡ ਆਉਣ ਨੂੰ ਬਿਲਕੁਲ ਜੀ ਨਹੀਂ ਸੀ ਕਰਦਾ, ਕਿਉਂਕਿ ਭੈਣ ਭਰਾ ਛੱਡ ਕੇ, ਮਾਂ-ਬਾਪ ਛੱਡ ਕੇ ਔਰ ਸਾਰੇ ਯਾਰ ਦੋਸਤ ਛੱਡ ਕੇ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ। ਲੇਕਿਨ ਘਰ ਦੇ ਵਿੱਚ ਗਰੀਬੀ ਸੀ ਔਰ ਗਰੀਬੀ ਕਰਕੇ ਮਾਂ-ਬਾਪ ਕਹਿੰਦੇ ਕਿ ਚਲੋ ਤੁਸੀਂ ਬੇਟੇ ਤੂੰ ਚਲਿਆ ਜਾ ਔਰ ਕੁਛ ਨਾ ਕੁਛ ਯਾਨੀ ਕਿ ਤੇਰੀ ਵੀ ਜ਼ਿੰਦਗੀ ਜਿਹੜੀ ਬਿਹਤਰ ਹੋ ਜਾਏਗੀ। ਔਰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਸੀ ਔਰ ਇਸ ਕਰਕੇ ਮੈਂ ਬਹੁਤ ਹੀ ਕੋਸ਼ਿਸ਼ ਕੀਤੀ ਸੀ ਕਿ ਮੈਂ ਨਾ ਆਵਾਂ। ਔਰ ਜਿਹੜੇ ਪਿੰਡ ਦੇ ਵਿੱਚ ਮੈਂ ਰਿਹਾ ਕਰਦਾ ਸੀ, ਉੱਥੋਂ ਹਰ ਰੋਜ਼ ਲੋਕੀ ਜਿਹੜੇ ਸਨ ਮੈਨੂੰ ਮਨਾਉਣ ਵਾਸਤੇ ਆਇਆ ਕਰਦੇ ਸੀ, ਜਿਵੇਂ ਕਹਿੰਦੇ ਕਿ ਜਗਤਾਰ ਸਿੰਘ ਤੂੰ ਪਾਗਲ ਹੋ ਗਿਆ, ਦੇਖੋ ਦੁਨੀਆ ਤੇ ਯਾਨੀ ਕਿ ਬਹੁਤ ਹੱਥ ਕੰਡੇ ਵਰਤਦੀ ਹੈ ਬਾਹਰ ਜਾਣ ਵਾਸਤੇ, ਬਹੁਤ ਸਾਰੇ ਪੈਸੇ ਦੇਣੇ ਪੈਂਦੇ ਨੇ ਬਾਹਰਲੇ ਦੇਸ਼ਾਂ ਜਾਣ ਵਾਸਤੇ, ਲੇਕਿਨ ਤੈਨੂੰ ਚਾਂਸ ਮਿਲ ਗਿਆ, ਤੂੰ ਕਿਉਂ ਨਹੀਂ ਜਾ ਰਿਹਾ। ਪਰ ਲੇਕਿਨ ਮੇਰੀ ਜਿਹੜੀ ਫੀਲਿੰਗ ਸੀ ਦਿਲ ਦੀਆਂ ਕੁਝ ਹੋਰ ਸਨ ਔਰ ਇਸ ਕਰਕੇ ਮੈਂ ਕਿਹਾ ਮੈਂ ਨਹੀਂ ਜਾਣਾ। ਔਰ ਫਿਰ ਵੀ ਜ਼ੋਰ ਪਾਉਣ ਤੇ ਮਾਂ-ਬਾਪ ਦੇ ਵੀ ਔਰ ਕੁਛ ਸਾਰੇ ਯਾਰਾਂ ਦੋਸਤਾਂ ਦੇ, ਔਰ ਮੈਨੂੰ ਆਉਣਾ ਪਿਆ। ਔਰ ਫਿਰ ਇੱਥੇ ਆ ਕੇ ਬਹੁਤ ਸਾਰੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆ ਕੇ ਮੈਂ ਫੈਕਟਰੀ ਦੇ ਵਿੱਚ ਪਹਿਲਾਂ ਕੰਮ ਕੀਤਾ, ਕਿਉਂਕਿ ਮੈਨੂੰ ਸ਼ੁਰੂਆਤ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਜਾਂਦਾ, ਇਨਸਾਨ ਨੂੰ ਕੁਝ ਨਹੀਂ ਹੁੰਦਾ, ਸਿੱਖਣਾ ਪੈਂਦਾ ਸਾਰਾ ਕੁਝ ਸ਼ੁਰੂ ਤੋਂ। ਫਿਰ ਫੈਕਟਰੀ 'ਚ ਕੰਮ ਜਦੋਂ ਮੈਂ ਕੀਤਾ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਆਮ ਬੱਚੇ ਸੀ ਨਾ, ਜੇਕਰ ਉਹ ਵੀ ਸਕੂਲ ਦੇ ਨਾਲ ਨਾਲ ਛੁੱਟੀਆਂ ਦੇ ਵਿੱਚ ਕੰਮ ਕਰਦੇ ਸੀ ਤਾਂ ਉਹਨਾਂ ਨੂੰ 50 ਪੈਣੀਆਂ, ਯਾਨੀ ਕਿ ਉਹਨਾਂ ਨੂੰ ਨਾ 1 ਪਾਉਂਡ ਘੰਟੇ ਦਾ ਮਿਲਦਾ ਸੀਗਾ। ਔਰ ਮੈਨੂੰ, ਕਿਉਂਕਿ ਮੈਂ ਨਵਾਂ ਬੰਦਾ ਸੀ, ਮੈਨੂੰ ਕੁਝ ਪਤਾ ਵੀ ਨਹੀਂ ਸੀ, ਨਾ ਮੈਨੂੰ ਕੋਈ ਅੰਗਰੇਜ਼ੀ ਆਉਂਦੀ ਸੀ, ਤਾਂ ਮੈਨੂੰ ਉਹ ਵੀ ਆਪਣਾ ਦੇਸੀ ਬੰਦਾ ਸੀ, ਦੇਸੀ ਫੈਕਟਰੀ ਸੀ, ਔਰ ਉਹਨੇ ਮੈਨੂੰ 50 ਪੈਨੀਆਂ ਘੰਟੇ ਦੇ ਉੱਤੇ ਰੱਖਿਆ, ਯਾਨੀ ਕਿ ਸਿਰਫ 50 ਪੈਂਸ। ਯਾਨੀ ਕਿ ਮੰਨ ਲਓ ਤੁਸੀਂ 50 ਘੰਟੇ ਕੰਮ ਕੀਤਾ ਤੇ ਤੁਹਾਨੂੰ ਸਿਰਫ 25 ਪਾਉਂਡ ਮਿਲਦੇ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਨਹੀਂ ਕਿ ਮੈਂ ਕਹਿ ਦਿਆਂ ਕਿ 25 ਪਾਉਂਡ ਬਹੁਤ ਜ਼ਿਆਦਾ ਹੋਇਆ ਕਰਦੇ ਸੀ, ਬਹੁਤ ਘੱਟ ਸੀਗੇ। ਕਿਉਂਕਿ ਮੈਂ ਕਈ ਵਾਰੀ ਅਕਸਰ ਕਰਦਾ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿਆਂ ਕਿ ਉਹਨਾਂ ਦਿਨਾਂ ਦੇ ਵਿੱਚ ਜੇਕਰ ਸੋਸ਼ਲ ਮੀਡੀਆ ਤੇ ਹੈ ਨਹੀਂ ਸੀ ਔਰ ਸਾਨੂੰ ਜਦੋਂ ਟੈਲੀਫੋਨ ਕਰਨੇ ਪੈਂਦੇ ਸਨ ਘਰ, ਆਮ ਟੈਲੀਫੋਨ ਵਰਤਣਾ ਪੈਂਦਾ ਸੀ, ਉਹ ਜਿਹੜੇ ਹੱਥ ਵਾਲੇ ਟੈਲੀਫੋਨ ਹੋਇਆ ਕਰਦੇ ਸੀਗੇ, ਕੋਈ ਮੋਬਾਈਲ ਵੀ ਨਹੀਂ ਸੀਗੇ। ਔਰ ਉਹ 3 ਮਿੰਟ ਦੀ ਕਾਲ ਜਿਹੜੀ ਸੀ ਸਾਨੂੰ ਬੁੱਕ ਕਰਨੀ ਪੈਂਦੀ ਸੀ ਔਰ ਉਹਦੇ 25 ਪਾਉਂਡ ਲੱਗਦੇ ਸੀ, ਸਿਰਫ 3 ਮਿੰਟ ਦੀ ਕਾਲ ਦੇ। ਔਰ ਦੇਖ ਲਓ ਤੁਸੀਂ ਆਪਣੇ ਆਪ ਸੋਚ ਲਓ ਕਿ ਜੇ 50 ਘੰਟੇ ਕੰਮ ਕਰਕੇ ਉਹ 25 ਪਾਉਂਡ ਐਵੇਂ ਚਲੇ ਜਾਂਦੇ ਸੀ 3 ਮਿੰਟ ਦੇ ਵਿੱਚ। ਸੋ ਬਹੁਤ ਯਾਨੀ ਕਿ ਸਟਰਗਲ ਕਰਨੀ ਪੈਂਦੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਨਾਲ ਇੱਕ ਹੋਰ ਫੈਕਟਰੀ ਸੀ, ਉੱਥੇ ਮੇਰੇ ਕਜ਼ਨ ਕੰਮ ਕਰਦੇ ਸੀ ਔਰ ਉੱਥੇ ਮੈਂ ਲੰਚ ਵਾਸਤੇ ਚਲਾ ਜਾਇਆ ਕਰਦਾ ਸੀ। ਤਾਂ ਉਹਦਾ ਇੱਕ ਦਿਨ ਬੌਸ ਮੈਨੂੰ ਕਹਿਣ ਲੱਗਿਆ ਕਿ ਭਾਜੀ ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਪਾਉਂਡ ਦਿਆਂਗਾ। ਮੈਂ ਕਿਹਾ ਜੀ ਚਲੋ ਇਹ ਵੀ ਠੀਕ ਹੈ। ਫਿਰ ਇਸ ਕਰਕੇ ਫਿਰ ਮੈਂ ਉਧਰ ਚਲਾ ਗਿਆ। ਫਿਰ ਹੌਲੀ ਹੌਲੀ ਉੱਥੋਂ ਜਿਹੜਾ ਯਾਨੀ ਕਿ ਉਹਨੇ ਥੋੜੇ ਬਹੁਤੇ ਹੋਰ ਵਧਾਉਂਦਾ ਰਿਹਾ, ਇਸ ਤਰ੍ਹਾਂ ਕਰਦੇ ਕਰਾਉਂਦੇ, ਕਿਉਂਕਿ ਸਵੇਰੇ ਸ਼ੁਰੂ ਕਰਦੇ ਸੀਗੇ ਆਪਣਾ ਕੰਮ 4 ਵਜੇ ਦੇ ਕਰੀਬ ਸਾਨੂੰ ਘਰੋਂ ਚੁੱਕਿਆ ਕਰਦਾ ਸੀ ਸਵੇਰ ਦੇ, ਔਰ ਫਿਰ 4 ਵਜੇ ਤੋਂ ਲੱਗ ਕੇ ਰਾਤ ਦੇ 10 ਵਜੇ ਤੱਕ ਅਸੀਂ ਕੰਮ ਕਰਨਾ, ਔਰ ਸੌਣ ਵਾਸਤੇ ਸਿਰਫ ਕੁਝ ਚੰਦ ਕੁ ਘੰਟੇ ਹੋਇਆ ਕਰਦੇ ਸੀ। ਔਰ ਬਹੁਤ ਮਿਹਨਤ ਕਰਨੀ ਪੈਂਦੀ ਸੀ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਫਿਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਫਿਰ ਵੀ ਇੱਕ ਦਿਨ ਮੇਰੀ ਤਬੀਅਤ ਖਰਾਬ ਹੋ ਗਈ, ਮੈਨੂੰ ਹਸਪੀਟਲ ਜਾਣਾ ਪਿਆ। ਔਰ ਡਾਕਟਰਾਂ ਨੇ ਕਿਹਾ ਕਿ ਜੀ ਤੁਸੀਂ ਇਸ ਤੋਂ ਬਾਅਦ ਤੁਸੀਂ ਇਹ ਕੋਈ ਸਖਤ ਕੰਮ ਨਹੀਂ ਕਰ ਸਕਦੇ ਇਸ ਤਰ੍ਹਾਂ ਦਾ। ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੇ ਕੰਮ ਕਰਦੇ ਸੀ, ਮੈਂ ਕਿਹਾ ਜੀ ਫੈਕਟਰੀ ਦੇ ਵਿੱਚ। ਕਹਿਣ ਲੱਗੇ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਤੁਹਾਡੀ ਸਿਹਤ ਵਾਸਤੇ ਠੀਕ ਨਹੀਂ ਹੋਏਗਾ। ਤਾਂ ਫਿਰ ਉਦੋਂ ਫਿਰ ਮੈਂ ਈਵਨਿੰਗ ਕਲਾਸਿਸ ਅਟੈਂਡ ਕਰਨੀਆਂ ਸ਼ੁਰੂ ਕੀਤੀਆਂ, ਹੋਰ ਕਾਲਜ ਮੈਂ ਗਿਆ,
ਬਹੁਤ ਸਾਰੇ ਮੈਂ ਕੋਰਸਿਸ ਕੀਤੇ, ਅਕਾਊਂਟੈਂਸੀ ਦਾ ਕੋਰਸ ਕੀਤਾ ਔਰ ਇੰਗਲਿਸ਼ ਦੇ ਕੋਰਸ ਕੀਤੇ ਕਾਫੀ ਸਾਰੇ। ਫਿਰ ਜਦੋਂ ਕੋਰਸ ਕਰਕੇ ਫਿਰ ਨਾਲ ਮੈਂ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਔਰ ਮੈਂ ਜਦੋਂ ਬਹੁਤ ਸਾਰੀਆਂ ਜੌਬਾਂ ਵਾਸਤੇ ਅਪਲਾਈ ਕਰਨਾ, ਲੇਕਿਨ ਇੰਨਾ ਰਿਸਪੌਂਸ ਬਹੁਤ ਘੱਟ ਆਉਣਾ ਕਿ ਯਾਨੀ ਕਿ ਨੌਕਰੀ ਬਹੁਤ ਘੱਟ ਮਿਲਦੀ ਸੀਗੀ। ਫਿਰ ਅਚਾਨਕ ਹੀ ਇੱਕ ਦਿਨ ਮੈਨੂੰ ਇਹ ਜਿਹੜੀ ਨੌਕਰੀ ਮੈਨੂੰ ਮਿਲ ਗਈ, ਔਰ ਉਹਦੇ ਪਿੱਛੇ ਬਹੁਤ ਵੱਡੀ ਸਟੋਰੀ ਹੈ, ਲੇਕਿਨ ਚਲੋ ਉਹ ਫਿਰ ਕਦੇ ਆਪਾਂ ਸਾਂਝੀ ਕਰਾਂਗੇ। ਔਰ ਇਸ ਕਰਕੇ ਔਰ ਸਾਨੂੰ ਮੈਨੂੰ ਫਿਰ ਇਹ ਗਵਰਨਮੈਂਟ ਦੀ ਜੌਬ ਮਿਲ ਗਈ, ਔਰ ਫਿਲਹਾਲ ਹਾਲੇ ਤੱਕ ਮੈਂ ਇਹ ਗਵਰਨਮੈਂਟ ਮੈਂ ਜੌਬ ਮੈਂ ਕਰ ਰਿਹਾ ਬ੍ਰਿਟਿਸ਼ ਗਵਰਨਮੈਂਟ ਵਾਸਤੇ। ਸਰ ਬਹੁਤ ਹੀ ਜ਼ਬਰਦਸਤ ਤੁਸੀਂ ਆਪਣਾ ਜੋ ਐਕਸਪੀਰੀਅੰਸ ਸ਼ੇਅਰ ਕੀਤਾ, ਔਰ ਸਾਡੀ ਯੂਥ ਨੂੰ ਵੀ ਬਹੁਤ ਮੋਟੀਵੇਟ ਕੀਤਾ ਕਿ ਮਿਹਨਤ ਕਰਨ ਤੋਂ ਬਗੈਰ ਕੋਈ ਵੀ ਮੰਜ਼ਿਲ ਹਾਸਲ ਨਹੀਂ ਹੋ ਸਕਦੀ। ਬਿਲਕੁਲ ਜੀ, ਮਿਹਨਤ ਬਹੁਤ ਜ਼ਰੂਰੀ ਹੈ ਜੀ। ਔਰ ਦੇਖੋ ਮਿਹਨਤ ਦੇ ਨਾਲ ਨਾਲ ਮੈਂ ਇਹ ਵੀ ਦੱਸਦੇ ਕਿ ਇਹ ਨਹੀਂ ਕਿ ਮੈਂ ਆਪਣੇ ਸ਼ੌਕ ਵੀ ਮੈਂ ਪੂਰੇ ਕੀਤੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਕਿ ਮੈਂ ਸ਼ੌਕ ਰੇਡੀਓ ਤੇ ਵੀ ਮੈਂ ਕੰਮ ਕੀਤਾ ਨਾਲ ਦੀ ਨਾਲ, ਔਰ ਫਿਰ ਇਸ ਤੋਂ ਬਾਅਦ ਮੈਂ ਟੀਵੀ ਦੇ ਉੱਤੇ ਵੀ ਕੰਮ ਕੀਤਾ। ਫਿਰ ਯਾਨੀ ਕਿ ਅਸੀਂ ਲਾਈਵ ਪਰਫਾਰਮੈਂਸ ਕਰਿਆ ਕਰਦੇ ਸੀਗੇ, ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਕਰਨੇ, ਕਿਸੇ ਦਾ ਕੋਈ ਹੋਰ ਕੋਈ ਖੁਸ਼ੀ ਦਾ ਕੋਈ ਮੌਕਾ ਹੋਣਾ, ਅਸੀਂ ਜਾ ਕੇ ਪਰਫਾਰਮ ਕਰਿਆ ਕਰਦੇ ਸੀਗੇ ਐਜ਼ ਏ ਗਰੁੱਪ ਦੇ ਤੌਰ ਤੇ, ਮਿਊਜ਼ੀਕਲ ਗਰੁੱਪ ਦੇ ਤੌਰ ਤੇ। ਸੋ ਇਸ ਤਰ੍ਹਾਂ ਨਾਲ ਦੀ ਨਾਲ ਸ਼ੌਕ ਵੀ ਅਸੀਂ ਆਪਣੇ ਪੂਰੇ ਕੀਤੇ। ਫਿਰ ਇਸ ਤੋਂ ਬਾਅਦ ਫਿਰ ਐਕਟਿੰਗ ਵਾਲੇ ਪਾਸੇ ਵੀ ਆ ਗਏ, ਔਰ ਜਦੋਂ ਤੁਸੀਂ ਕਹੋਗੇ ਤਾਂ ਮੈਂ ਉਹਦੇ ਬਾਰੇ ਵੀ ਦੱਸ ਦਿਆਂਗਾ। ਸਰ ਮੈਨੂੰ ਇਹ ਦੱਸੋ ਕਿ ਕਦੀ ਤੁਹਾਡਾ ਦਿਲ ਨਹੀਂ ਕੀਤਾ ਕਿ ਮੈਂ ਵੈਸੇ ਓਵਰਆਲ ਦੇਖਣਾ ਕਿ ਸਾਡੀ ਜਿਹੜੀ ਸਿੱਖ ਬਰਾਦਰੀ ਹੈ, ਸਿੱਖ ਕਮਿਊਨਿਟੀ ਹੈ, ਉਹ ਕੈਨੇਡਾ ਬਹੁਤ ਜ਼ਿਆਦਾ ਮੂਵ ਕਰਦੀ ਹੈ, ਤੇ ਕਦੀ ਦਿਲ ਨਹੀਂ ਕੀਤਾ ਕਿ ਮੈਂ ਵੀ ਕੈਨੇਡਾ ਮੂਵ ਹੋ ਜਾਵਾਂ, ਮੈਂ ਵੀ US ਮੂਵ ਹੋ ਜਾਵਾਂ? ਤੇ ਐਸੀ ਕਿਹੜੀ ਵਜੂਹਾਤ ਸਨ ਕਿ ਤੁਸੀਂ ਇੱਥੇ ਹੀ ਰਹਿ ਗਏ UK ਵਿੱਚ ਹੀ ਇੰਨੇ ਸਾਲਾਂ ਤੋਂ? ਦੇਖੋ ਜੀ, ਕਿਉਂਕਿ ਮੈਂ ਆਇਆ ਸੀ ਮੰਗੇਤਰ ਦੇ ਤੌਰ ਤੇ, ਜਿਵੇਂ ਕਿ, ਔਰ ਇਸ ਕਰਕੇ ਜਿੱਥੇ ਪਰਿਵਾਰ ਹੁੰਦਾ ਹੈ ਨਾ, ਤੇ ਫਿਰ ਤੁਹਾਨੂੰ ਪਤਾ ਉੱਥੇ ਇੱਕ ਤਰ੍ਹਾਂ ਦਾ ਜਿੱਥੇ ਆਪਣਾ ਘਰ ਹੋਵੇ, ਔਰ ਉੱਥੋਂ ਇੱਕ ਵਾਰੀ ਜਿੱਥੇ ਬੰਦਾ ਸੈਟਲ ਹੋ ਗਿਆ, ਬਹੁਤ ਮੂਵ ਹੋਣਾ ਤੋਂ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਮੁਸ਼ਕਿਲ। ਹਾਂਜੀ, ਔਰ ਇਸ ਕਰਕੇ ਇਹੀ ਕਾਰਨ ਸੀ ਕਿ ਉਹ ਸ਼ੁਰੂ ਤੋਂ UK ਆਇਆ, ਔਰ ਸ਼ੁਰੂ ਤੋਂ ਹੀ ਮੈਨਚੈਸਟਰ ਆਇਆ, ਔਰ ਮੈਨਚੈਸਟਰ ਤੋਂ ਬਾਹਰ ਕਿਧਰੇ ਹੋਰ ਮੂਵ ਹੋ ਹੀ ਨਹੀਂ ਸਕੇ, ਪਰਿਵਾਰਿਕ ਰੁਝੇਵਿਆਂ ਦੇ ਕਰਕੇ ਔਰ ਪਰਿਵਾਰਿਕ ਪਿਆਰ ਦੇ ਕਰਕੇ। ਤੇ ਸਰ ਥੋੜਾ ਜਿਹਾ ਮੈਨੂੰ ਇਹ ਦੱਸੋ ਕਿ ਪੰਜਾਬੀ ਕਲਚਰ ਤੇ ਅਸੀਂ ਵੇਖਨੇ ਆ ਕਿ ਉੱਥੇ ਬਰਾਦਰੀ ਸਿਸਟਮ, ਸਰ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਆ ਰਹੀ, ਬਿਲਕੁਲ ਆ ਰਹੀ ਜੀ। ਸਰ ਮੈਂ ਕਹਿ ਰਿਹਾ ਸਾਂ ਕਿ ਅਸੀਂ ਵੇਖਨੇ ਆ ਕਿ ਪੰਜਾਬੀ ਕਲਚਰ ਵਿੱਚ, ਕਿਉਂਕਿ ਮੇਰਾ ਵੀ ਤਾਲੁਕ ਰਾਜਪੂਤ ਫੈਮਿਲੀ ਨਾਲ ਹੈ, ਤੇ ਅਸੀਂ ਵੇਖਨੇ ਆ ਕਿ ਪੰਜਾਬੀ ਕਲਚਰ ਵਿੱਚ ਬਰਾਦਰੀ ਨੂੰ ਬੜਾ ਸਪੋਰਟ ਕੀਤਾ ਜਾਂਦਾ ਹੈ। ਬਰਾਦਰੀ ਸਿਸਟਮ ਜਿਹੜਾ ਹੈਗਾ ਉਹ ਬੜਾ ਇੱਕ ਜਿਹੜਾ ਸਿਸਟਮ ਹੈਗਾ ਉਹ ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ। ਤੇ ਇੱਕ ਪੰਜਾਬੀ ਜਦੋਂ ਪੰਜਾਬ ਵਿੱਚੋਂ ਮੂਵ ਕਰਦਾ UK, ਤੇ ਉਹਦੇ ਲਈ ਕਿੰਨਾ ਡਿਫਰੈਂਟ ਸੀ ਉਸ ਕਲਚਰ ਨੂੰ ਅਡਾਪਟ ਕਰਨਾ, ਤੇ ਥੋੜਾ ਜਿਹਾ ਇਸ ਬਾਰੇ ਵਿੱਚ ਵੀ ਦੱਸੋ ਮੈਨੂੰ ਕਿ ਤੁਹਾਡੇ ਲਈ ਕਿੰਨਾ ਡਿਫਰੈਂਸ ਸੀ ਉਸ ਕਲਚਰ ਵਿੱਚ ਜਾਣਾ, ਜਿੱਥੇ ਮੇਰੇ ਖਿਆਲ ਨਾਲ ਬਰਾਦਰੀ ਸਿਸਟਮ ਦਾ ਕੋਈ ਮੇਰੇ ਖਿਆਲ ਨਾਲ ਬਹੁਤ ਮੁਸ਼ਕਿਲ ਹੈਗਾ ਉੱਥੇ, ਫੈਮਿਲੀ ਸਿਸਟਮ ਉੱਥੇ ਉਸ ਤਰ੍ਹਾਂ ਨਹੀਂ ਚੱਲ ਸਕਦਾ ਜਾਂ ਚੱਲਦਾ ਨਹੀਂ ਹੈ, ਜਿਸ ਤਰ੍ਹਾਂ ਕਿ ਪੰਜਾਬ ਵਿੱਚ, ਜਿਸ ਤਰ੍ਹਾਂ ਕਿ ਪਿੰਡਾਂ ਵਿੱਚ ਅਸੀਂ ਵੇਖਨੇ ਆ ਕਿ ਬਹੁਤ ਹੀ ਬਿਹਤਰੀਨ ਸਿਸਟਮ ਹੁੰਦਾ ਉੱਥੇ। ਇੱਕ ਬੰਦੇ ਨੂੰ ਅਗਰ ਤਕਲੀਫ ਹੈ ਤੇ ਸਾਰੇ ਜਿਹਨੇ ਇਕੱਠੇ ਹੋ ਜਾਂਦੇ ਨੇ, ਤੇ ਇਹ ਸਿਸਟਮ ਉਹ ਥੋੜਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ। ਬਿਲਕੁਲ ਜੀ, ਇਧਰਲਾ ਜਿਹੜਾ ਕਲਚਰ ਹੈ ਬਿਲਕੁਲ ਹੀ ਵੱਖਰਾ ਹੈ, ਔਰ ਬਾਕੀ ਜਿਵੇਂ ਮੈਂ ਅਕਸਰ ਕਿਹਾ ਕਰਦਾ, ਜਿਵੇਂ ਮੈਂ ਛੋਟੇ ਜਿਹੇ ਪਿੰਡ ਦੇ ਵਿੱਚ ਰਿਹਾ ਕਰਦਾ ਸੀ, ਔਰ ਇਹ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਨਾ ਕੋਈ, ਜਦੋਂ ਕਿਸੇ ਨੇ ਕੋਈ ਚਿੱਠੀ ਭੇਜਣੀ ਹੋਵੇ, ਨਾ ਕੋਈ ਗਲੀ ਦਾ ਨਾਮ ਲਿਖਣਾ ਪੈਂਦਾ ਹੈ, ਨਾ ਕੋਈ ਹਾਊਸ ਨੰਬਰ, ਘਰ ਦਾ ਨੰਬਰ ਲਿਖਣਾ ਪੈਂਦਾ, ਔਰ ਸਾਰੇ ਇੱਕ ਦੂਜੇ ਨੂੰ ਜਾਣਦੇ ਨੇ। ਜਦੋਂ ਬਸ ਸਿਰਫ ਨਾਂ ਲਿਖ ਕੇ ਤੇ ਪਿੰਡ ਦਾ ਨਾਮ ਲਿਖ ਕੇ, ਤਹਿਸੀਲ ਤੇ ਜ਼ਿਲ੍ਹਾ, ਔਰ ਇਸੇ ਨਾਲ ਹੀ ਚਿੱਠੀ ਪਹੁੰਚ ਜਾਂਦੀ ਸੀ। ਔਰ ਇਸ ਕਰਕੇ ਉੱਥੇ ਕਿਉਂਕਿ ਸਾਰੇ ਇੱਕ ਦੂਸਰੇ ਨੂੰ ਜਾਣਦੇ, ਸਾਰਿਆਂ ਦਾ ਹੀ ਪਿਆਰ ਇੰਨਾ ਹੁੰਦਾ ਆਪਸ ਦੇ ਵਿੱਚ। ਲੇਕਿਨ ਇਹ ਜਦੋਂ ਇੱਧਰ ਤੁਸੀਂ ਆਓ ਬਾਹਰਲੇ ਕੰਟਰੀਆਂ ਦੇ ਵਿੱਚ, ਇੱਥੇ ਤਾਂ ਕਈ ਵਾਰੀ ਇੰਨਾ, ਕਿਉਂਕਿ ਹਰ ਇੱਕ ਨੂੰ ਆਪਣੇ ਨਾਲ ਹੀ ਮਤਲਬ, ਔਰ ਸਾਰਿਆਂ ਦੀ ਜ਼ਿੰਦਗੀ ਦੇ ਰੁਝੇਵੇਂ ਆਪਣੇ ਆਪਣੇ ਵੱਖਰੇ ਵੱਖਰੇ ਨੇ। ਔਰ ਕਈ ਵਾਰੀ ਤੇ ਇਹ ਵੀ ਮੁਸ਼ਕਿਲ ਹੋ ਜਾਂਦਾ ਪਤਾ ਲਾਉਣਾ ਕਿ ਸਾਡੇ ਗੁਆਂਢ ਦੇ ਵਿੱਚ ਸਾਡੇ ਗੁਆਂਢੀ ਕੌਣ ਨੇ। ਔਰ ਇਹ ਆਪਣੇ, ਜਦੋਂ ਕਿ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਪਿੰਡਾਂ ਦੇ ਵਿੱਚ ਸਾਰੇ ਇੱਕ ਦੂਸਰੇ ਨੂੰ ਜਾਣਦੇ ਨੇ, ਔਰ ਇੱਥੇ ਕਈ ਵਾਰੀ ਗੁਆਂਢੀਆਂ ਦਾ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ ਗੁਆਂਢ ਦੇ ਵਿੱਚ ਕੌਣ ਰਹਿ ਰਿਹਾ। ਲੇਕਿਨ ਫਿਰ ਵੀ ਜਿਹੜਾ ਹੌਲੀ 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 ਕਰਕੇ, ਯਾਨੀ ਕਿ ਤੁਸੀਂ ਆਪਣੇ ਆਪ ਨੂੰ ਐਡਜਸਟ ਤੁਹਾਨੂੰ ਕਰਨਾ ਪੈਂਦਾ ਹੈ। ਇਹ ਨਹੀਂ ਕਿ ਕੋਈ ਜਿੱਥੇ ਤੁਹਾਨੂੰ ਤੁਸੀਂ ਰਹੋ
ਔਰ ਉੱਥੇ ਤੁਹਾਨੂੰ ਆਪਣੇ ਆਪ ਕਿਵੇਂ ਨਾ ਕਿਵੇਂ ਐਡਜਸਟ ਜ਼ਰੂਰ ਕਰਨਾ ਪੈਂਦਾ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਯਾਨੀ ਕਿ ਜਿਵੇਂ ਆਪਣੇ ਇੰਡੀਆ ਪਾਕਿਸਤਾਨ ਦੇ ਵਿੱਚ ਤਾਂ ਸਾਰੇ ਜਿਹੜੇ ਪ੍ਰੋਗਰਾਮ ਵਗੈਰਾ ਹੋਇਆ ਕਰਦੇ ਨੇ ਖੁੱਲੇਆਮ ਬਾਹਰ ਹੋਇਆ ਕਰਦੇ ਨੇ, ਜਾਂ ਸਾਰੇ ਯਾਨੀ ਕਿ ਮਾਹੌਲ ਹੀ ਵੱਖਰਾ ਹੈ। ਔਰ ਇੱਧਰ ਜਿੰਨੇ ਵੀ ਜਿਹੜੇ ਜੇਕਰ ਆਪਣਾ ਕੋਈ ਦੇਸੀ ਪ੍ਰੋਗਰਾਮ ਹੁੰਦਾ ਤਾਂ ਅੰਦਰ ਹੀ ਅੰਦਰ ਹੈ ਸਭ ਕੁਝ, ਕਿਉਂਕਿ ਬਾਹਰ ਠੰਡਾ ਮੁਲਕ ਹੋਣ ਕਰਕੇ ਸਰਦੀ ਬਹੁਤ ਹੁੰਦੀ ਹੈ, ਔਰ ਸਰਦੀਆਂ ਦੇ ਮੌਸਮ ਵਿੱਚ ਸਾਰਿਆਂ ਨੂੰ ਅੰਦਰ ਹੀ ਰਹਿਣਾ ਪੈਂਦਾ, ਔਰ ਕੰਮ ਤੇ ਵੀ ਜਾਓ, ਔਰ ਦਿਨ ਵੀ ਬਹੁਤ ਕਈ ਵਾਰੀ ਛੋਟੇ ਹੋਇਆ ਕਰਦੇ ਨੇ ਸਿਆਲਾਂ ਦੇ ਵਿੱਚ, ਯਾਨੀ ਕਿ ਸਰਦੀਆਂ ਦੇ ਵਿੱਚ ਤਾਂ ਕਈ ਵਾਰੀ 4 ਵਜੇ ਹਨੇਰਾ ਪੈ ਜਾਂਦਾ, ਪੌਣੇ 4 ਵਜੇ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ, ਔਰ ਦਿਨ ਬਹੁਤ ਛੋਟੇ ਹੋਇਆ ਕਰਦੇ ਨੇ ਕੁਝ ਘੰਟਿਆਂ ਦੇ। ਔਰ ਇਸ ਕਰਕੇ ਬਹੁਤ ਜ਼ਿਆਦਾ ਵੈਸੇ ਫਰਕ ਹੈ ਆਪਣੇ ਦੇਸੀ ਕੰਟਰੀ ਦੇ ਵਿੱਚ ਔਰ ਬਾਹਰਲੇ ਕੰਟਰੀਜ਼ ਦੇ ਵਿੱਚ, ਲੇਕਿਨ ਕੀ ਹੈ ਕਿ ਜਿੱਥੇ ਇਨਸਾਨ ਨੇ ਰਹਿਣਾ ਹੋਵੇ ਉੱਥੇ ਆਪਣੇ ਆਪ ਨੂੰ ਐਡਜਸਟ ਕਰਨਾ ਹੀ ਪੈਂਦਾ। ਬਿਲਕੁਲ ਦੁਰਸਤ ਫਰਮਾਇਆ ਸਰ ਤੁਸੀਂ। ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਉਹ ਦਿਨ ਤੇ ਯਾਦ ਆਉਂਦੇ ਹੋਣਗੇ ਕਿ ਜਿਹੜੇ ਦਰਖਤਾਂ ਦੇ ਥੱਲੇ ਮੰਜੀਆਂ ਡਾਹ ਕੇ ਤੇ ਵੱਡੇ ਬੈਠੇ ਨੇ ਤੇ ਕੁਲਫੀਆਂ ਖਾ ਰਹੇ ਨੇ ਤੇ ਬਿਲਕੁਲ ਟਿਊਬਵੈਲ ਤੇ ਜਾ ਕੇ ਨਹਾਣਾ, ਤੇ ਉਹ ਸਾਰੇ ਦਿਨ ਤੇ ਯਾਦ ਆਉਂਦੇ ਹੋਣਗੇ ਜਗਤਾਰ ਸਿੰਘ ਸਾਹਿਬ ਨੂੰ। ਬਿਲਕੁਲ ਜੀ, ਬਿਲਕੁਲ ਉਹ ਦਿਨ ਕਦੇ ਵੀ ਨਹੀਂ ਭੁੱਲਦੇ ਜੀ। ਹਾਂਜੀ, ਇਹ ਆਪਣੇ ਦਰਖਤਾਂ ਦੇ ਥੱਲੇ ਤੁਹਾਨੂੰ ਮੈਂ ਆਪਣੇ ਬਚਪਨ ਦੀਆਂ ਜਿਹੜੀਆਂ ਕੁਝ ਯਾਦਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂ ਕਿ ਜਦੋਂ ਅਸੀਂ ਸਕੂਲ ਜਾਂਦੇ ਸੀ ਨਾ, ਤੇ ਸਕੂਲ ਦੇਖੋ ਜਿਹੜਾ ਸਾਡਾ ਸਕੂਲ ਸੀ ਉਹਦੀ ਕੋਈ ਬਿਲਡਿੰਗ ਨਹੀਂ ਸੀ। ਸਾਡੇ ਆਪਣੇ ਘਰ ਦੇ ਸਾਹਮਣੇ ਇੱਕ ਪਿੱਪਲ ਹੋਇਆ ਕਰਦਾ ਸੀ, ਵੱਡਾ ਸਾਰਾ ਪਿੱਪਲ ਦਾ ਦਰਖਤ ਸੀ, ਔਰ ਪਿੱਪਲ ਦੇ ਥੱਲੇ ਸਾਡੀਆਂ ਕਲਾਸਾਂ, ਉੱਥੇ ਟਾਟ ਇੱਕ ਹੁੰਦੇ ਸੀ, ਪਤਾ ਨਹੀਂ ਮੇਰਾ ਖਿਆਲ ਪਾਕਿਸਤਾਨ ਦੇ ਵਿੱਚ ਵੀ ਹੁੰਦੇ ਹੋਣਗੇ ਟਾਟ, ਔਰ ਉਹ ਥੱਲੇ ਪਾ ਕੇ ਔਰ ਉਹਦੇ ਤੇ ਕਲਾਸਾਂ ਲੱਗਦੀਆਂ ਸੀ ਸਾਡੀਆਂ ਪਿੱਪਲ ਦੇ ਥੱਲੇ, ਔਰ ਉਹ ਸਾਡਾ ਸਕੂਲ ਹੋਇਆ ਕਰਦਾ ਸੀ, ਕੋਈ ਬਿਲਡਿੰਗ ਨਹੀਂ ਸੀ ਸਕੂਲ ਦੀ। ਔਰ ਦੇਖੋ ਇਸ ਤਰ੍ਹਾਂ ਦੀ, ਔਰ ਫਿਰ ਯਾਰਾਂ ਦੋਸਤਾਂ ਦੇ ਨਾਲ ਜਦੋਂ ਬਾਹਰ ਖੇਡਣ ਵਾਸਤੇ ਵੀ ਜਾਣਾ, ਖੇਦੋ ਖੁੰਡੀ ਖੇਡਣੀ, ਫਿਰ ਪਿੱਠੂ ਗਰਮ ਗੇਮ ਹੁੰਦੀ ਸੀਗੀ, ਤਾਂ ਮੇਰਾ ਖਿਆਲ ਪਤਾ ਨਹੀਂ ਤੁਹਾਨੂੰ ਇੱਧਰ ਵੀ ਚੱਲਦੀ, ਔਰ ਉਹ ਵੀ ਜੀ ਜੀ ਪਿੱਠੂ ਚੱਲ ਗਰਮ। ਗਈ। ਹਾਂਜੀ, ਹੋਰ ਬਹੁਤ ਸਾਰੀਆਂ ਯਾਨੀ ਕਿ ਬਚਪਨ ਦੀਆਂ ਐਸੀਆਂ ਖੇਡਾਂ ਖੇਡਣੀਆਂ, ਹੋਰ ਮੱਝਾਂ ਗਾਵਾਂ ਨਾਲ ਨਹਾਉਣਾ, ਛੱਪੜਾਂ ਦੇ ਵਿੱਚ ਇੱਧਰ ਉੱਧਰ ਘੁੰਮਣਾ ਫਿਰਨਾ, ਯਾਨੀ ਕਿ ਖੇਤਾਂ ਦੇ ਵਿੱਚ ਚਲੇ ਜਾਣਾ, ਔਰ ਗਰਮੀਆਂ ਦੇ ਦਿਨਾਂ ਦੇ ਵਿੱਚ ਖੇਤਾਂ ਵਿੱਚ ਜਾ ਕੇ ਆਪਣੇ ਟਾਹਲੀ ਦੇ ਦਰਖਤ ਥੱਲੇ ਮੰਜਾ ਡਾਹ ਕੇ ਬੈਠ ਜਾਣਾ, ਔਰ ਉੱਥੇ ਜਾ ਕੇ ਖੇਤਾਂ 'ਚ ਜਾ ਕੇ ਖੂਹ ਦੇ ਉੱਤੇ ਨਹਾਉਣਾ ਵੀ, ਜਿਹੜਾ ਚਬੱਚੇ ਬਣੇ ਹੁੰਦੇ ਸੀ ਉਹਨਾਂ ਦੇ ਵਿੱਚ ਨਹਾਉਣਾ, ਫਿਰ ਬਹੁਤ ਵੈਸੇ ਮਜ਼ਾ ਆਉਂਦਾ ਸੀ, ਔਰ ਉਹ ਮਾਹੌਲ ਹੀ ਵੈਸੇ ਵੱਖਰਾ ਹੋਇਆ ਕਰਦਾ ਸੀ। ਕਈ ਵਾਰੀ ਜਦੋਂ ਯਾਦਾਂ ਆਉਂਦੀਆਂ ਨੇ ਤਾਂ ਦਿਲ ਇੰਝ ਲੱਗਦਾ ਕਿ ਆਪਣੀਆਂ ਯਾਦਾਂ ਦੇ ਘੁੰਮਣ ਘੇਰੀ ਦੇ ਵਿੱਚ ਗਵਾਚ ਜਾਂਦਾ ਕਈ ਵਾਰੀ ਤਾਂ। ਸਰ ਉਹ ਕਹਿੰਦੇ ਨੇ ਨਾ ਟਾਈਮ ਫਲਾਈਜ਼, ਇਸ ਤਰ੍ਹਾਂ ਲੱਗਦਾ ਹੈ ਕਿ ਵਕਤ ਬਹੁਤ ਤੇਜ਼ੀ ਨਾਲ ਗੁਜ਼ਰ ਰਿਹਾ ਹੈ, ਪਲਕ ਬਹੁਤ ਹੀ ਝਪਕਤੇ ਹੀ ਸਾਲ ਗੁਜ਼ਰ ਰਹੇ ਨੇ, ਤੇ ਜਿਹੜੇ ਸਾਲ ਨੇ ਉਹ ਮੇਰੇ ਖਿਆਲ ਮਹੀਨਿਆਂ 'ਚ ਤਬਦੀਲ ਹੋ ਗਏ ਨੇ ਤੇ ਮਹੀਨੇ ਦਿਨਾਂ 'ਚ ਤਬਦੀਲ ਹੋ ਗਏ ਨੇ, ਇੰਝ ਲੱਗਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਖਾਸ ਕਰਕੇ ਬਹੁਤ ਹੀ ਬਾਹਰਲੇ ਕੰਟਰੀਜ਼ ਦੇ ਵਿੱਚ ਜਿਹੜਾ ਨਾ, ਇਹ ਬਹੁਤ ਹੀ ਜ਼ਿਆਦਾ ਡਿਫਰੈਂਸ ਦੇਖਣ ਨੂੰ ਮਿਲਦਾ ਹੈ। ਪਤਾ ਹੀ ਨਹੀਂ ਲੱਗਦਾ ਹਫਤਾ ਕਦੋਂ ਲੰਘ ਜਾਂਦਾ, ਹਫਤਾ ਤੇ ਦੂਰ ਦੀ ਗੱਲ ਹੈ, ਮਹੀਨੇ ਸਾਲ ਜਿਹੜੇ ਨੇ ਉਹ ਵਾਕਈ ਇੰਜ ਲੰਘਦੇ ਨੇ ਦਿਨਾਂ ਦੀ ਤਰ੍ਹਾਂ। ਹਾਂਜੀ, ਬਿਲਕੁਲ ਬਹੁਤ ਠੀਕ ਹੈ। ਫਾਸਟ ਜ਼ਿੰਦਗੀ ਹੈ ਬਾਹਰਲੀ। ਬਹੁਤ ਹਾਲੇ ਬਾਤ। ਆਪਣੇ ਫੇਰ ਵੀ ਦੇਸ਼ ਦੇ ਵਿੱਚ ਪਤਾ ਲੱਗਦਾ ਕਈ ਵਾਰੀ ਦਿਨ ਗੁਜ਼ਰਿਆ ਕਿਉਂਕਿ ਯਾਰਾਂ ਦੋਸਤਾਂ ਨੂੰ ਮਿਲਣ ਦੇ ਨਾਲ, ਲੇਕਿਨ ਇੱਥੇ ਤੇ ਤੁਸੀਂ ਆਪਣੇ ਆਫਿਸ ਚਲੇ ਜਾਓ, ਕੰਮ ਜਿਹੜੇ ਤੁਸੀਂ ਕਰਦੇ ਹੋ ਕੰਮ ਤੇ ਚਲੇ ਜਾਓ, ਔਰ ਘਰ ਆ ਕੇ ਜਦੋਂ ਘਰ ਪਹੁੰਚੋ ਬੰਦਾ ਪਹਿਲਾਂ ਹੀ ਇੰਨਾ ਥੱਕਿਆ ਹੁੰਦਾ, ਆਪਣਾ ਰੋਟੀ ਪਾਣੀ ਖਾ ਕੇ ਤੇ ਸਿੱਧਾ ਸੌਣ ਨੂੰ ਕਰਦਾ ਬੰਦਾ, ਔਰ ਫਿਰ ਸੌ ਕੇ ਫਿਰ ਸਵੇਰੇ ਫਿਰ ਉਹ ਰੂਟੀਨ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ, ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਰਦੀ ਹੈ, ਔਰ ਕੋਈ ਵੀ ਆਪਣੇ ਆਪ ਵਾਸਤੇ ਵਕਤ ਕੱਢਣਾ ਬੜਾ ਮੁਸ਼ਕਿਲ ਹੁੰਦਾ। ਸਰ ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਇੱਕ ਸਵਾਲ ਜੀ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ। ਜੀ ਉਹ ਸਾਡੀ ਜਿਹੜੀ ਮਾਂ ਬੋਲੀ ਹੈ ਜਿਹਨੂੰ ਅਸੀਂ ਪੰਜਾਬੀ ਕਹਿੰਦੇ ਆ ਸਰ, ਹਾਂਜੀ ਉਹ ਅਸੀਂ ਵੇਖਨੇ ਆ ਕਿ ਮੈਂ ਖੁਦ ਮੇਰੀ ਸਕੂਲਿੰਗ ਉਸ ਤਰ੍ਹਾਂ ਹੈ, ਮੇਰੀ ਕਾਲਜ ਲਾਈਫ ਉਸ ਤਰ੍ਹਾਂ ਸੀ, ਮੇਰੀ ਯੂਨੀਵਰਸਿਟੀ ਲਾਈਫ ਉਸ ਤਰ੍ਹਾਂ ਸੀ, ਉਹ ਸਾਰੀ ਅੰਗਰੇਜ਼ੀ ਵਿੱਚ ਹੋਈ ਹੈ। ਜੀ ਤੇ ਉਹ ਜਦੋਂ ਅਸੀਂ ਸਕੂਲ ਕਾਲਜ ਵਿੱਚ ਤੇ ਯੂਨੀਵਰਸਿਟੀ ਵਿੱਚ ਜੀ ਅਸੀਂ ਬੋਲਣ ਦੀ ਕੋਸ਼ਿਸ਼ ਕਰੀਏ ਪੰਜਾਬੀ, ਤੇ ਉਹ ਬੜਾ ਜੀ ਮਾਯੂਬ ਸਮਝਿਆ ਜਾਂਦਾ ਉੱਥੇ, ਔਰ ਡਿਸਕਰੇਜ ਕੀਤਾ ਜਾਂਦਾ ਸਾਨੂੰ ਕਿ ਤੁਸੀਂ ਪੰਜਾਬੀ ਨਹੀਂ ਬੋਲਣੀ, ਔਰ ਮਤਲਬ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਇਹ ਜ਼ੁਬਾਨ ਪਤਾ ਨਹੀਂ ਕਿਹੜੀ ਜ਼ੁਬਾਨ ਅਸੀਂ ਬੋਲਤੀ ਹੈ। ਤੇ ਮੈਂ ਤੁਹਾਡੀ ਵੀ ਰਾਏ ਲੈਣਾ ਚਾਹਾਂਗਾ ਇਸ ਚੀਜ਼ ਦੇ ਉੱਤੇ ਕਿ ਸਰ ਇੰਨਾ ਡਿਸਕਰੇਜ ਕਿਉਂ ਕੀਤਾ ਜਾਂਦਾ ਪੰਜਾਬੀ ਲੈਂਗੁਏਜ ਨੂੰ। ਦੇਖੋ ਜੀ, ਜਿਹੜੀ ਨਾ ਸਿਆਣਿਆਂ ਦਾ ਕਹਿਣਾ ਹੈ, ਔਰ ਹਰ ਇੱਕ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਂ ਸਾਨੂੰ ਸਭ ਨੂੰ ਪਿਆਰੀ ਹੈ, ਔਰ ਮਾਂ ਬੋਲੀ ਜਿਹੜੀ ਹੈ
ਤੇ ਜ਼ਾਹਿਰ ਹੈ ਕਿ ਸਾਨੂੰ ਉਹਦੇ ਨਾਲ ਪਿਆਰ ਤਾਂ ਹੋਣਾ ਹੀ ਹੋਣਾ, ਲੇਕਿਨ ਕਦੇ ਆਪਾਂ ਇਹ ਕਦੇ ਵੀ ਨਾ ਕੋਸ਼ਿਸ਼ ਕਰੀਏ ਕਿ ਆਪਣੀ ਮਾਂ ਬੋਲੀ ਤੋਂ ਅਸੀਂ ਦੂਰ ਜਾਈਏ। ਠੀਕ ਹੈ, ਹਰ ਇੱਕ ਬੰਦੇ ਦਾ ਆਪਣਾ ਆਪਣਾ ਸੋਚਣੀ ਹੁੰਦੀ, ਆਪਣਾ ਆਪਣਾ ਖਿਆਲ ਹੁੰਦਾ ਕਿ ਅੰਗਰੇਜ਼ੀ ਬੋਲਣੀ ਹੈ, ਠੀਕ ਹੈ, ਬੋਲੀਆਂ ਜਿਹੜੀਆਂ ਮਰਜ਼ੀ ਤੁਸੀਂ ਸਿੱਖੋ, ਬੋਲੀ ਕੋਈ ਵੀ ਮਾੜੀ ਨਹੀਂ, ਸਗੋਂ ਵੱਧ ਤੋਂ ਵੱਧ ਸਗੋਂ ਸਿੱਖਣ ਦੀ ਕੋਸ਼ਿਸ਼ ਕਰੋ, ਲੇਕਿਨ ਉਹਦੇ ਨਾਲ ਨਾਲ ਇਹ ਵੀ ਕਦੇ ਆਪਣੀ, ਜਿਵੇਂ ਕਹਿੰਦੇ ਨੇ ਕਿ ਅਸਲੀਅਤ ਕਦੇ ਨਹੀਂ ਇਨਸਾਨ ਨੂੰ ਭੁੱਲਣੀ ਚਾਹੀਦੀ, ਔਰ ਆਪਣੀ ਜੋ ਚੀਜ਼ ਹੈ, ਜੋ ਇਨਸਾਨ ਆਪਣਿਆਂ ਦਾ ਨਹੀਂ ਨਾ ਹੋ ਸਕਦਾ, ਔਰ ਕਿਸੇ ਗੈਰ ਦਾ ਵੀ ਨਹੀਂ ਹੋ ਸਕਦਾ, ਔਰ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ। ਸਰ ਮੈਂ ਉਹ ਕਹਾਂਗਾ, ਇਹ ਗੱਲ ਐਡ ਕਰਾਂਗਾ ਥੋੜੀ ਜੀ, ਕਿ ਜੋ ਇਨਸਾਨ ਆਪਣੀ ਜੜ੍ਹਾਂ ਨਾਲ ਨਹੀਂ ਨਾ ਮਜ਼ਬੂਤ ਰਹਿ ਸਕਦਾ, ਕਿਉਂਕਿ ਮੇਰੇ ਦਾਦੇ, ਮੇਰੇ ਨਾਨੇ, ਉਹ ਸਾਰੇ ਪੰਜਾਬੀ ਬੋਲਦੇ ਸਨ, ਤੇ ਮੈਂ ਅਗਰ ਮੇਰੀ ਸਕੂਲਿੰਗ ਉਸ ਤਰ੍ਹਾਂ ਹੋਈ ਹੈ, ਤੇ ਮੇਰੀ ਯੂਨੀਵਰਸਿਟੀ ਲਾਈਫ ਉਸ ਤਰ੍ਹਾਂ ਸੀ, ਮੈਂ ਇੰਗਲਿਸ਼ ਵਿੱਚ ਸਾਰੀ ਮੇਰੀ ਸਕੂਲਿੰਗ ਹੋਈ ਹੈ, ਤੇ ਲੇਕਿਨ ਇਹ ਹੈਗਾ ਕਿ ਮੈਂ ਇੰਗਲਿਸ਼ ਵੀ ਬੋਲ ਲੈਣਾ, ਮੈਂ ਜਰਮਨ ਜ਼ੁਬਾਨ ਵੀ ਬੋਲ ਲੈਣਾ, ਮੈਂ ਉਰਦੂ ਜ਼ੁਬਾਨ ਵੀ ਬੋਲ ਲੈਣਾ, ਮੈਂ ਹਿੰਦੀ ਵੀ ਬੋਲ ਲੈਣਾ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਜ਼ੁਬਾਨ ਨੂੰ ਡਿਸਕਰੇਜ ਕੀਤਾ ਜਾਵੇ ਕਿਸੇ ਵੀ ਪੰਜਾਬੀ ਬੜੀ ਅੱਛੀ ਤੁਸੀਂ ਬੋਲ ਰਹੇ ਪਿਆ ਬਾਤ, ਬਹੁਤ ਅੱਛੀ, ਬੜੀ ਖੂਬਸੂਰਤ, ਸ਼ੁਕਰੀਆ ਸਰ, ਜ਼ਰਾ ਨਵਾਜ਼ੀ ਤੁਹਾਡੀ। ਤੇ ਇਹ ਹੈਗਾ ਕਿ ਸਰ ਕੋਈ ਵੀ ਜ਼ੁਬਾਨ ਹੈ, ਉਹਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਉਹਨੂੰ ਡਿਸਕਰੇਜ ਨਹੀਂ ਕੀਤਾ ਜਾਣਾ ਚਾਹੀਦਾ, ਤੇ ਡਿਸਕਰੇਜ ਕਦੇ ਵੀ ਨਹੀਂ ਕਰਨਾ ਚਾਹੀਦਾ ਜੀ। ਇਹ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਜੜ੍ਹਾਂ ਨੇ ਨਾ, ਜੇਕਰ ਆਪਾਂ ਉਹ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਤੇ ਜੜ੍ਹਾਂ ਹੀ ਸਾਡੀਆਂ ਕਮਜ਼ੋਰ ਹੋ ਜਾਣਗੀਆਂ, ਤੇ ਜ਼ਾਹਿਰ ਹੈ ਕਿ ਫਿਰ ਦਰਖਤ ਨੇ ਤਾਂ ਸੁੱਕਣਾ ਹੀ ਸੁੱਕਣਾ, ਤੇ ਫਿਰ ਯਾਨੀ ਕਿ ਉਹਦੇ ਚ ਹਰਿਆਲੀ ਲਿਆਉਣ ਵਾਸਤੇ ਇਹ ਜ਼ਰੂਰੀ ਹੈ ਕਿ ਜੜ੍ਹਾਂ ਹਮੇਸ਼ਾ ਹਰੀਆਂ ਰਹਿਣ। ਸਰ ਸਪੈਸ਼ਲੀ ਅਸੀਂ ਵੇਖਦੇ ਹਾਂ ਕਿ ਪਾਕਿਸਤਾਨ ਵਿੱਚ ਇਹ ਕਲਚਰ ਬਹੁਤ ਹੀ ਤੇਜ਼ੀ ਨਾਲ ਰੁਝਾਨ ਪਾ ਰਿਹਾ ਕਿ ਜਿਹੜੀ ਸਾਡੀ ਪੰਜਾਬੀ ਜ਼ੁਬਾਨ ਹੈ, ਉਹਨੂੰ ਬਹੁਤ ਜ਼ਿਆਦਾ ਡਿਸਕਰੇਜ ਕੀਤਾ ਜਾਂਦਾ, ਤੇ ਅਸੀਂ ਤੇ ਵੇਖਦੇ ਹਾਂ, ਅਸੀਂ ਸਿੱਖ ਕਮਿਊਨਿਟੀ ਵੱਲ ਵੇਖਦੇ ਹਾਂ, ਤੇ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਕਮ ਸੇ ਕਮ ਸਿੱਖ ਕਮਿਊਨਿਟੀ ਜਿਹੜੀ ਸਾਡੀ ਹੈਗੀ ਹੈ, ਤੇ ਸਾਡੇ ਜਿਹੜੇ ਸਿੱਖ ਭਰਾ ਨੇ, ਉਹ ਤੇ ਕਮ ਸੇ ਕਮ ਇਸ ਜ਼ੁਬਾਨ ਨੂੰ ਪ੍ਰੈਕਟਿਸ ਕਰ ਰਹੇ ਨੇ, ਔਰ ਅਸੀਂ ਅਗਰ ਗੂਗਲ ਦੀ ਗੱਲ ਕਰੀਏ ਤੇ ਦੂਸਰੇ ਵੀ ਪਲੇਟਫਾਰਮ ਤੇ ਗੱਲ ਕਰੀਏ, ਤੇ ਉੱਥੇ ਵੀ ਰੋਮਨ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨ ਮਰਜ ਕਰ ਦਿੱਤਾ ਜਾਵੇ ਉਰਦੂ ਵਿੱਚ ਹੀ, ਤੇ ਸਰ ਮੇਰੇ ਖਿਆਲ ਨਾਲ ਕਿ ਇਹ ਤਰੀਕਾ ਕਾਰ ਠੀਕ ਨਹੀਂ ਹੈਗਾ। ਹਿੰਦੀ ਅਲੱਗ ਲੈਂਗੁਏਜ ਹੈ, ਉਰਦੂ ਅਲੱਗ ਲੈਂਗੁਏਜ ਹੈ, ਤੇ ਪੰਜਾਬੀ ਅਲੱਗ ਲੈਂਗੁਏਜ ਹੈ। ਬਿਲਕੁਲ, ਕਿਉਂਕਿ ਅਕਸਰ ਮੈਂ ਵੈਸੇ ਸੋਚਿਆ ਕਰਦਾ, ਦੇਖੋ ਫਿਰ ਵੀ ਮੈਂ 2 ਵਾਰੀ ਮੈਂ ਪਾਕਿਸਤਾਨ ਮੈਂ ਆਇਆ, ਔਰ ਬਹੁਤ ਹੀ ਦਿਲ ਨੂੰ ਖੁਸ਼ੀ ਹੋਈ ਕਿ ਦੇਖੋ ਪਾਕਿਸਤਾਨ ਦਾ ਪੰਜਾਬ ਇੰਡੀਆ ਦੇ ਪੰਜਾਬ ਨਾਲ ਬਹੁਤ ਵੱਡਾ ਹੈ, ਔਰ ਇਹ ਤਾਂ ਬਹੁਤ ਵੈਸੇ ਖੁਸ਼ੀ ਦੀ ਗੱਲ ਹੈ ਕਿ ਔਰ ਜੇਕਰ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਨਹੀਂ ਨਾ ਰਹੇਗਾ, ਤਾਂ ਅਸੀਂ ਜਿਹੜੀਆਂ ਆਪਣੀਆਂ ਜੜ੍ਹਾਂ ਨੂੰ ਆਪ ਖੋਖਲਾ ਕਰਨ ਦੀ ਕੋਸ਼ਿਸ਼ ਕਰਾਂਗੇ, ਯਾਨੀ ਕਿ ਸਾਨੂੰ ਆਪਣਾ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਸਾਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਪਏਗਾ, ਔਰ ਕਰਨਾ ਚਾਹੀਦਾ। ਇੱਕ ਕਰਨਾ ਚਾਹੀਦਾ ਤੇ ਦੂਰ ਦੀ ਗੱਲ ਹੈ, ਸਾਡਾ ਫਰਜ਼ ਬਣਦਾ, ਇਹ ਸਾਡਾ ਫਰਜ਼ ਹੈ, ਭਾਵੇਂ ਜੋ ਮਰਜ਼ੀ ਕੋਈ ਕਹਿੰਦਾ ਹੈ ਕਿ ਤੁਸੀਂ ਆਹ ਬੋਲੀ ਵੱਲ ਆਓ, ਤੁਸੀਂ ਆਹ ਬੋਲੀ ਬੋਲੋ ਜੋ ਮਰਜ਼ੀ, ਲੇਕਿਨ ਆਪਣੀ ਮਾਂ ਬੋਲੀ ਨੂੰ ਜਿਹੜਾ ਇਹ ਛੱਡ ਕੇ ਨਾ ਜਾਓ, ਕਿਉਂਕਿ ਇਹ ਨਹੀਂ ਹੈ ਕਿ ਇਹ ਤੇ ਤੁਸੀਂ ਆਪਣੀ ਮਾਂ ਦੇ ਨਾਲ ਧਰੋਕ ਮਾਉਣ ਵਾਲੀ ਗੱਲ ਹੋ ਜਾਂਦੀ ਜੇਕਰ ਆਪਾਂ ਐਸਾ ਕਰਾਂਗੇ। ਔਰ ਦੇਖੋ ਜਿਹੜੀ ਮਾਂ ਨੇ ਸਾਨੂੰ ਪਾਲ ਪੋਸ ਕੇ ਵੱਡਿਆ ਕੀਤਾ, ਜਵਾਨ ਕੀਤਾ, ਔਰ ਇੱਥੇ ਤੱਕ ਸਾਨੂੰ ਪਹੁੰਚਾਇਆ, ਔਰ ਜੇਕਰ ਆਪਾਂ ਆਪਣੀ ਉਹ ਮਾਂ ਨੂੰ ਹੀ ਛੱਡ ਦਿੱਤਾ, ਤਾਂ ਸਾਡੇ ਵਾਸਤੇ ਤਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੀ ਹੋਏਗੀ। ਔਰ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਅਸੀਂ ਆਪਣੀ ਮਾਂ ਬੋਲੀ ਨੂੰ ਕਦੇ ਨਾ ਛੱਡੀਏ, ਉਹਦਾ ਪੱਲਾ ਹਮੇਸ਼ਾ ਅਸੀਂ ਘੁੱਟ ਕੇ ਫੜ ਕੇ ਰੱਖੀਏ। ਬਿਲਕੁਲ ਠੀਕ ਗੱਲ ਹੈ ਸਰ। ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਅਸੀਂ ਵੇਖਦੇ ਹਾਂ ਕਿ ਥੋੜਾ ਜਿਹਾ ਫਿਰ ਵੀ ਪੰਜਾਬੀ ਦੇ ਥੋੜੇ ਬਹੁਤੇ ਲੋਕ ਜਿਹੜੇ ਹੈਗੇ ਨੇ, ਉਹ ਪ੍ਰਮੋਟ ਕਰਨ ਵਾਲੇ ਲੋਕ ਰਹਿ ਗਏ ਨੇ ਥੋੜੇ ਬਹੁਤ ਜਿਹੜੇ, ਤੇ ਉਹ ਮੈਂ ਕਹਿੰਦਾ ਕਿ ਮਜ਼ੀਦ ਲੋਕਾਂ ਨੂੰ ਵੀ ਆਉਣਾ ਚਾਹੀਦਾ ਹੈ ਇਸ ਪਲੇਟਫਾਰਮ ਤੇ ਆਉਣਾ ਚਾਹੀਦਾ। ਔਰ ਮੈਂ ਨਾ ਪਿੱਛੇ ਜੇ ਮਾਫ ਕਰਨਾ, ਮੈਂ ਤੁਹਾਡੀ ਗੱਲ ਮੈਂ ਕੱਟਣ ਲੱਗਿਆ ਕਿ ਮੈਂ ਪਿੱਛੇ ਜੇ ਨਾ ਕੋਈ ਇੱਕ ਵੀਡੀਓ ਦੇਖੀ ਸੀਗੀ ਜਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਿ ਪਾਕਿਸਤਾਨ ਦੇ ਵਿੱਚ ਆਪਣੇ ਲਾਹੌਰ ਦੇ ਵਿੱਚ ਸੀ ਸ਼ਾਇਦ, ਕਿ ਬਹੁਤ ਵੱਡਾ ਜਿਹੜਾ ਕੋਈ ਐਜੀਟੇਸ਼ਨ ਕਰ ਰਹੇ ਸੀਗੇ ਤੇ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਵਾਸਤੇ, ਔਰ ਮੈਨੂੰ ਬੇਹੱਦ ਖੁਸ਼ੀ ਹੋਈ ਦੇਖ ਕੇ। ਮੈਂ ਕਿਹਾ ਦੇਖੋ ਫਿਰ ਵੀ ਆਪਣੇ ਐਸੇ ਭੈਣ ਭਰਾ ਔਰ ਐਸੇ ਸਾਡੇ ਬਜ਼ੁਰਗ ਯਾਨੀ ਕਿ ਹਾਲੇ ਤੱਕ ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੈ, ਔਰ ਉਹ ਕੋਸ਼ਿਸ਼ ਕਰ ਰਹੇ ਨੇ ਆਪਣੀ ਮਾਂ ਬੋਲੀ ਵਾਸਤੇ, ਆਪਣੀ ਮਾਂ ਬੋਲੀ ਨੂੰ ਬਰਕਰਾਰ ਰੱਖਣ ਵਾਸਤੇ। ਬਸ ਬਹੁਤ ਖੁਸ਼ੀ ਦੀ ਗੱਲ ਹੈ, ਔਰ ਸਾਨੂੰ ਸਭ ਨੂੰ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਕਾਇਮ ਰੱਖੀਏ।
ਸਰ ਇੱਕ ਸ਼ੇਰ ਸੁਣਾਉਣਾ ਚਾਹਾਂਗਾ ਤੁਹਾਨੂੰ, ਅਗਰ ਤੁਸੀਂ ਇਜਾਜ਼ਤ ਦਿਓ ਤਾਂ। ਬਿਲਕੁਲ ਜੀ, ਬਿਲकुल ਆ ਜਾਓ। ਸਰ ਸ਼ੇਰ ਹੈਗਾ ਜੇ, ਉਰਦੂ ਹਿੰਦੀ ਅੰਗਰੇਜ਼ੀ ਤੇ ਬੋਲ ਛੱਡੀਏ, ਜੀ, ਤੁਸੀਂ ਆਪਣੀ ਮਾਂ ਬੋਲੀ ਰੋਲ ਛੱਡੀਏ। ਕਿਆ ਬਾਤ ਹੈ। ਪੰਜਾਬੀ ਅਨਪੜ੍ਹ ਤੇ ਗਵਾਰ ਏ, ਗਲੀ ਮੁਹੱਲਿਆਂ ਦੀ ਆਵਾਰ ਏ, ਵਾਹ, ਬਦਤਮੀਜ਼ ਬੇਤੁਕੀ ਤੇ ਬੇਕਾਰ ਏ, ਹਰ ਥਾਂ ਜ਼ਲੀਲੋ ਖਵਾਰ ਏ। ਪੰਜਾਬੀ ਵਾਹ, ਪੁੱਤਰਾਂ ਦੇ ਦਿਲਾਂ ਵਿੱਚ, ਨਵੀਂ ਨਸਲ ਦੇ ਜ਼ਿਹਨਾਂ ਵਿੱਚ ਮਾਂ ਵਾਸਤੇ ਇਹ ਜ਼ਹਿਰ ਕੋਲ ਛੱਡਿਆ ਏ, ਤੁਸੀਂ ਆਪਣੀ ਮਾਂ ਬੋਲੀ ਨੂੰ ਰੋਲ ਛੱਡਿਆ ਏ। ਕਿਆ ਬਾਤ ਹੈ, ਕਿਆ ਬਾਤ ਹੈ। ਵਾਕਈ ਜੀ, ਵਾਕਈ ਨਹੀਂ, ਇਹ ਸੱਚਾਈ ਦੀ ਗੱਲ ਹੈ। ਔਰ ਕਿਉਂਕਿ ਇਸ ਕਈ ਵਾਰੀ ਨਾ ਇਹ ਦੇਖਣ ਚ ਆਇਆ ਕਿ ਹਾਲੇ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਅਸਲ 'ਚ ਕਿਹਾ ਜਾਂਦਾ ਕਿ ਜਿਵੇਂ ਆਪਣੀ ਨਾ, ਤੁਸੀਂ ਸੁਣਿਆ ਹੈਗਾ ਕਿ ਬੜਾ ਪੁਰਾਣਾ ਜਿਹਾ ਇੱਕ ਸ਼ੇਰ ਸੀਗਾ ਕਿ ਮਹਿੰਦੀ ਰੰਗ ਲਾਤੀ ਹੈ सूख जाने के बाद, ਮੁਹੱਬਤ याद आती है बिछड़ जाने के बाद, है ना। ਔਰ ਇਸੇ ਉਹਦੇ ਤੇ ਮੈਂ ਕਹਾਂਗਾ ਕਿ ਅਸਲ ਦੇ ਵਿੱਚ ਜਦੋਂ ਇਨਸਾਨ ਦੂਰ ਜਾਂਦਾ ਹੈ ਨਾ, ਉਦੋਂ ਉਹਦੀ ਕੀਮਤ ਦਾ ਪਤਾ ਲੱਗਦਾ। ਹੁਣ ਆਪਣੇ ਦੇਸ਼ ਤੋਂ ਅਸੀਂ ਛੱਡ ਕੇ ਆ ਗਏ ਹਾਂ, ਫਿਰ ਸਾਨੂੰ ਯਾਦਾਂ ਆਉਂਦੀਆਂ ਨੇ ਕਿ ਹਾਂ ਸਾਡਾ ਪੰਜਾਬ ਇਸ ਤਰ੍ਹਾਂ, ਸਾਡੀ ਮਾਂ ਬੋਲੀ ਜਿਹੜੀ ਸਾਨੂੰ ਉਹ ਫਿਰ ਪਿਆਰ ਹੋਰ ਵੀ ਵੱਧਦਾ ਹੈ, ਉਦੋਂ ਪਤਾ ਲੱਗਦਾ ਹੈ। ਔਰ ਜਿੰਨੀ ਦੇਰ ਤੱਕ ਸਾਡੇ ਕੋਲ ਹੈ ਨਾ, ਮੈਂ ਅਕਸਰ ਮੈਂ ਵੀ ਆਪਣੇ ਮੈਂ ਗੀਤ ਦੇ ਵਿੱਚ ਲਿਖਿਆ ਸੀ ਕਿ ਜੇ ਕੋਲ ਹੈ ਤਾਂ ਚੀਜ਼ ਦੀ ਕੀਮਤ ਨਹੀਂ ਜਾਪਦੀ, ਅੱਖਾਂ ਤੋਂ ਉਹਲੇ ਦੇਖੋ ਕੀ ਕੀਮਤ ਹੈ ਸਾਥ ਦੀ। ਔਰ ਬਾਕੀ ਜਦੋਂ ਉਦੋਂ ਪਤਾ ਲੱਗਦਾ ਹੈ, ਹਾਂਜੀ, ਜਦੋਂ ਇਨਸਾਨ ਦੂਰ ਜਾਂਦਾ ਨਾ, ਫਿਰ ਪਤਾ ਲੱਗਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਰਹਿ ਕੇ ਕਿਵੇਂ ਅਸੀਂ ਕੁਰਲਾਉਂਦੇ ਆ ਇੱਕ ਕੂੰਜ ਦੀ ਤਰ੍ਹਾਂ, ਹਨਾ। ਔਰ ਉਦੋਂ ਫਿਰ ਉਹਦੀ ਕੀਮਤ ਦਾ ਪਤਾ ਲੱਗਦਾ। ਔਰ ਇਹੀ ਕਾਰਨ ਹੈ, ਤੁਸੀਂ ਦੇਖਿਓ ਕਿ ਆਪਣੇ ਕੈਨੇਡਾ ਦੇ ਵਿੱਚ ਚਲੇ ਜਾਓ, ਅਮਰੀਕਾ ਦੇ ਵਿੱਚ ਚਲੇ ਜਾਓ, ਕੈਲੀਫੋਰਨੀਆ ਵਾਲੇ ਪਾਸੇ, ਔਰ ਉੱਥੇ ਇਹੋ ਜਿਹਾ ਪੰਜਾਬ ਬਣਿਆ, ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੋ ਜਿਹੇ ਉਹਨਾਂ ਨੇ ਪਿੰਡ ਬਣਾਏ ਨੇ, ਬਿਲਕੁਲ ਉਹ ਆਪਣੇ ਪਿੰਡਾਂ ਦੀ ਤਰ੍ਹਾਂ। ਔਰ ਮੈਂ ਇਹ ਵੀ ਇੱਥੋਂ ਤੱਕ ਵੀ ਮੈਂ ਕਹਿ ਸਕਦਾ ਆਪਣੇ ਆਪਣੇ ਉਧਰਲੇ ਕਲਚਰ ਦੇ ਨਾਲੋਂ ਵੀ ਜ਼ਿਆਦਾ ਉਧਰ ਕਲਚਰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਮੋਟ ਆਪਣੇ ਮਾਂ ਬੋਲੀ ਨੂੰ ਕੀਤਾ ਜਾ ਰਿਹਾ, ਜਦੋਂ ਕਿ ਆਪਣੇ ਕੰਟਰੀ ਦੇ ਵਿੱਚ, ਆਪਣੇ ਦੇਸ਼ਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੀ ਨਹੀਂ ਜੀ, ਤੁਸੀਂ ਆਪਣੀ ਹਿੰਦੀ ਬੋਲੋ, ਉਰਦੂ ਬੋਲੋ, ਯਾਨੀ ਕਿ ਪੰਜਾਬੀ ਛੱਡ ਕੇ ਇੰਗਲਿਸ਼ ਬੋਲੋ। ਔਰ ਯਾਨੀ ਕਿ ਇਹਦੇ ਵਿੱਚ ਅੱਜ ਕੱਲ ਦੇ ਨੌਜਵਾਨਾਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਵੀ ਇਹ ਨਾ ਸਮਝੋ ਕਿ ਇਹਦੇ ਵਿੱਚ ਤੁਹਾਡੀ ਬਹੁਤ ਵੱਡੀ ਯਾਨੀ ਕਿ ਕੋਈ ਪ੍ਰਾਪਤੀ ਹੈ, ਔਰ ਤੁਹਾਡਾ ਬਹੁਤ ਵੱਡਾ ਮਾਣ ਹੈ ਕਿ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ, ਔਰ ਤੁਸੀਂ ਉਰਦੂ ਬੋਲ ਸਕਦੇ ਹੋ, ਤੁਸੀਂ ਹਿੰਦੀ ਬੋਲ ਸਕਦੇ ਹੋ। ਇਹਦੇ 'ਚ ਤੁਹਾਡਾ ਕੋਈ ਐਡਾ ਵੱਡਾ ਮਾਣ ਨਹੀਂ ਹੈਗਾ, ਜੇਕਰ ਤੁਹਾਡੀ ਮਾਂ ਬੋਲੀ ਜਿਹੜੀ ਹੈ, ਜੇਕਰ ਤੁਸੀਂ ਉਹਨੂੰ ਛੱਡ ਕੇ ਉਧਰ ਜਾਓਗੇ। ਠੀਕ ਹੈ, ਉਹ ਵੀ ਬੋਲੀਆਂ ਬਹੁਤ ਅੱਛੀਆਂ ਨੇ, ਸਾਰੀਆਂ ਬੋਲੀਆਂ ਚੰਗੀਆਂ ਨੇ, ਲੇਕਿਨ ਆਪਣੀ ਮਾਂ ਬੋਲੀ ਨੂੰ ਕਦੇ ਵੀ ਨਾ ਛੱਡੋ। ਸਰ ਦੇਖੋ, ਮੈਂ ਤੇ ਇਹ ਗੱਲ ਕਹਾਂਗਾ ਕਿ ਅਸੀਂ ਆਫਿਸ ਜਾਂਦੇ ਆ, ਦੂਸਰੇ ਪਲੇਟਫਾਰਮਸ ਤੇ ਜਾਂਦੇ ਆ, ਅਸੀਂ ਇੰਗਲਿਸ਼ ਵਿੱਚ ਕਮਿਊਨੀਕੇਟ ਕਰਨੇ ਆ ਵਧੀਆ ਤਰੀਕੇ ਨਾਲ, ਲੇਕਿਨ ਜਦੋਂ ਅਸੀਂ ਆਪਸ ਵਿੱਚ ਕਾਰ ਵਿੱਚ, ਮੇਰੇ ਖਿਆਲ ਨਾਲ ਇੱਕ ਅਸੂਲ ਤੈਅ ਹਾਂਜੀ, ਕਰ ਦੇਣਾ ਚਾਹੀਦਾ, ਜੀ ਜੀ ਅਸੂਲ ਤੈਅ ਕਰ ਦੇਣਾ ਚਾਹੀਦਾ ਕਿ ਕਾਰ ਵਿੱਚ ਜਦੋਂ ਵੀ ਗੱਲ ਹੋਏਗੀ, ਪੰਜਾਬੀ ਵਿੱਚ ਗੱਲ ਹੋਏਗੀ ਆਪਸ ਵਿੱਚ, ਜੀ ਜੀ ਤਾਂ ਜੀ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਜ਼ੁਬਾਨ ਨੂੰ ਭੁੱਲ ਨਾ ਜਾਣ। ਤੇ ਬਿਲਕੁਲ ਜੀ, ਇਸ ਲਈ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਅਸੀਂ ਇੱਕ ਆਪਣੀ ਫੈਮਿਲੀ ਤੇ ਤਾਂ ਕਮ ਸੇ ਕਮ ਲਾਗੂ ਕਰੀਏ। ਬਿਲਕੁਲ ਜੀ, ਬਿਲਕੁਲ। ਕਮ ਸੇ ਕਮ ਕੀ ਕਹਿੰਦੇ ਸਿਆਣਿਆਂ ਦਾ ਕਹਿਣਾ ਜੀ, ਦੇਖੋ ਹਰ ਇੱਕ ਚੀਜ਼ ਜਿਹੜੀ ਹੈ ਨਾ, ਸਭ ਤੋਂ ਪਹਿਲਾਂ ਆਪਾਂ ਇਹ ਕਿਸੇ ਨੂੰ ਬਲੇਮ ਕਰੀਏ, ਔਰ ਕਿਸੇ ਨੂੰ ਕਹਿਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਅਸੀਂ ਇਹਦੇ ਵਾਸਤੇ ਕੀ ਕਰ ਰਹੇ ਹਾਂ। ਅਸੀਂ ਆਪਣੇ ਆਪ ਤੇ ਲਈਏ, ਔਰ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ। ਔਰ ਜੇਕਰ ਆਪਣੇ ਤੋਂ ਸ਼ੁਰੂਆਤ ਕਰਾਂਗੇ ਨਾ, ਤਾਂ ਫਿਰ ਕਦੇ ਵੀ ਯਾਨੀ ਕਿ ਅਸੀਂ ਮਾਂ ਬੋਲੀ ਤੋਂ ਆਪਣੇ ਤੋਂ ਦੂਰ ਨਹੀਂ ਜਾਵਾਂਗੇ। ਜੇ ਅਸੀਂ ਕਿਸੇ ਦੇ ਆਸਰੇ ਰਹੀਏ, ਔਰ ਸਿਆਣਿਆਂ ਦਾ ਕਹਿਣਾ ਕਿ ਕਿਸੇ ਦੇ ਮੋਢੇ ਤੇ ਜਦੋਂ ਬੰਦੂਕ ਰੱਖ ਕੇ ਆਪਾਂ ਚਲਾਵਾਂਗੇ ਨਾ, ਤੇ ਫਿਰ ਉਹਦਾ ਨਿਸ਼ਾਨਾ ਲੱਗਣਾ ਬੜਾ ਮੁਸ਼ਕਿਲ। ਨਿਸ਼ਾਨਾ ਉਦੋਂ ਹੀ ਲੱਗੇਗਾ ਜਦੋਂ ਤੁਸੀਂ ਆਪਣੇ ਮੋਢੇ ਤੇ ਰੱਖ ਕੇ ਬੰਦੂਕ ਚਲਾਓਗੇ ਨਾ, ਔਰ ਨਿਸ਼ਾਨਾ ਫੇਰ ਹੀ ਤੁਸੀਂ ਚੰਗੀ ਤਰ੍ਹਾਂ ਲਗਾ ਸਕਦੇ ਹੋ। ਸਰ ਮੈਂ ਤੁਹਾਡੇ ਬਾਰੇ ਚ ਥੋੜਾ ਜਿਹਾ ਹੋਮਵਰਕ ਕੀਤਾ ਹੈ, ਤੇ ਮੈਨੂੰ ਜੀ, ਪਤਾ ਲੱਗਿਆ ਸਰ ਕਿ ਤੁਸੀਂ ਕਿਸੇ ਫਿਲਮ ਵਿੱਚ ਵੀ ਆ ਰਹੇ ਹੋ, ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਸਰ। ਬਿਲਕੁਲ ਜੀ, ਹਾਂਜੀ। ਉਹ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਸ਼ੌਕ ਸ਼ੁਰੂ ਤੋਂ ਸੀ, ਵੈਸੇ ਸ਼ੁਰੂ ਤੋਂ ਸ਼ੌਕ ਸੀ ਆਪਣੇ ਐਕਟਿੰਗ ਦਾ, ਲੇਕਿਨ ਉਦੋਂ ਪੂਰਾ ਨਹੀਂ ਹੋ ਸਕਿਆ, ਔਰ ਫਿਰ ਕਿਵੇਂ ਨਾ ਕਿਵੇਂ ਕਰਕੇ ਫਿਰ ਰੇਡੀਓ ਟੀਵੀ ਵਾਲੇ ਪਾਸੇ ਚਲੇ ਗਏ। ਔਰ ਹੁਣ ਫਿਲਹਾਲ ਅਚਾਨਕ ਮੇਰੇ ਦੋਸਤ ਨੇ ਨਿਸਾਰ ਸਮਾਨ ਸਾਹਿਬ, ਬਹੁਤ ਅੱਛੇ ਮੇਰੇ ਪਿਆਰੇ ਜਿਹੇ ਭਰਾ ਨੇ, ਵਰਲਡ ਚੈਂਪੀਅਨ ਨੇ ਜੂਡੋ ਕਰਾਟੇ ਦੇ ਵਿੱਚ, ਅਸੀਂ ਇਕੱਠੇ ਟੀਵੀ ਦੇ ਉੱਤੇ ਵੀ ਕੰਮ ਕਰਿਆ ਕਰਦੇ ਸੀ। ਤੇ ਉੱਥੋਂ ਫਿਰ ਇਹਨਾਂ ਨੇ ਅਚਾਨਕ, ਇਹਨਾਂ ਦੇ ਦੋਸਤਾਂ ਨੇ, ਕੋਈ ਡਾਇਰੈਕਟਰ ਸਨ ਆਪਣੇ ਸ਼ਫੀਕੁਰ ਰਹਿਮਾਨ ਸਾਹਿਬ, ਔਰ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਕੋਈ ਆਪਾਂ ਅਗਲੀ ਕੋਈ ਬਣਾਵਾਂਗੇ ਕੋਈ ਟੈਲੀਵਿਜ਼ਨ ਫਿਲਮ ਜਾਂ ਕੋਈ ਵੀ, ਤੇ
ਉਹਨਾਂ ਦੇ ਵਿੱਚ ਆਪਾਂ ਇਹ ਸਰਦਾਰ ਦਾ ਪਾਰਟ ਲਿਖਣਾ, ਤੇ ਉਹ ਰਾਈਟਰ ਵੀ ਨੇ, ਔਰ ਫਿਰ ਉਹਨਾਂ ਨੇ ਕਹਿ ਕੇ ਮੇਰਾ ਪਾਰਟ ਉਹਨਾਂ ਕੋਲ ਲਿਖਵਾਇਆ। ਔਰ ਇਹ ਫਿਲਹਾਲ ਫਿਲਮ ਆ ਰਹੀ ਬਹੁਤ ਜਲਦ, ਔਰ ਮੈਂ ਹਾਲੇ ਕਿਉਂਕਿ ਸਾਨੂੰ ਅਲਾउड ਨਹੀਂ ਇਹਦਾ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਖੁੱਲ ਕੇ ਤੁਹਾਨੂੰ ਦੱਸ ਸਕਾਂ, ਲੇਕਿਨ ਇਹ ਸਿਨੇਮਾ ਫਿਲਮ ਹੈ, ਸਿਨੇਮੇ ਦੇ ਵਿੱਚ ਲੱਗੇਗੀ। ਔਰ ਇਹ ਪਹਿਲੀ ਜਿਹੜੀ ਸਿਨੇਮਾ ਫਿਲਮ ਹੈ ਕਿ ਜਿਹੜੀ ਇੱਥੇ ਇੰਗਲੈਂਡ ਦੇ ਵਿੱਚ ਬਣੀ, ਔਰ ਇਹ ਪਾਕਿਸਤਾਨ ਚ, ਇੰਡੀਆ ਚ, ਔਰ ਸਾਰੀ ਆਲ ਓਵਰ ਦ ਵਰਲਡ ਸਾਰੀ ਰਿਲੀਜ਼ ਕੀਤੀ ਜਾਏਗੀ। ਔਰ ਜਿਹਦੇ ਵਿੱਚ ਪਾਕਿਸਤਾਨ ਦੇ ਵੀ ਅੱਛੇ ਆਰਟਿਸਟ ਨੇ, ਔਰ ਜ਼ਿਆਦਾਤਰ ਇੱਧਰ ਆਪਣੇ ਯੂਕੇ ਦੇ ਆਰਟਿਸਟ ਨੇ ਇਹਦੇ ਵਿੱਚ। ਔਰ ਇਹਦੇ ਵਿੱਚ ਮੈਂ ਵੀ ਯਾਨੀ ਕਿ ਸਾਈਡ, ਇਹ ਤੁਸੀਂ ਕਹਿ ਲਓ ਕਿ ਮੇਰਾ ਸੈਕੰਡ ਲੀਡ ਰੋਲ ਹੈ ਇਹਦੇ ਵਿੱਚ। ਔਰ ਬੜਾ ਅੱਛਾ, ਵੈਸੇ ਬਹੁਤ ਵੱਖਰੀ ਤਰ੍ਹਾਂ ਦਾ, ਔਰ ਬੜਾ ਮਜ਼ਾ ਆਇਆ ਵੈਸੇ ਕਰਨ ਦਾ। ਔਰ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਸ਼ਫੀਕ ਉਰ ਰਹਿਮਾਨ ਸਾਹਿਬ, ਕਿਆ ਬਾਤ ਹੈ, ਉਹਨਾਂ ਨੇ ਸਾਰਾ ਕੁਝ ਇਹ ਕਰਵਾਇਆ। ਔਰ ਕਿਉਂਕਿ ਅਸਲ ਟੀਵੀ ਦਾ ਤੇ ਆਪਣੇ ਫਿਲਮ ਦਾ ਬਿਲਕੁਲ ਵੱਖਰਾ ਸੀਗਾ, ਲੇਕਿਨ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੇਰੇ ਕੋਲੋਂ ਇਹ ਪਾਰਟ ਕਰਵਾਇਆ, ਔਰ ਬਾਕੀ ਬੜਾ ਮਜ਼ਾ ਆਇਆ। ਔਰ ਬਾਕੀ ਜਦੋਂ ਫਿਲਮ ਰਿਲੀਜ਼ ਹੋਏਗੀ ਤਾਂ ਫਿਰ ਇਹ ਸਾਰੇ ਦਰਸ਼ਕ ਦੱਸਣਗੇ, ਔਰ ਤੁਸੀਂ ਦੱਸਣਾ कैसा रहा। और फिर ये तो फिर ही पता लगना, ये उदों ही पता लगना ਜਦੋਂ ਫਿਲਮ ਬਣ ਕੇ ਜਿੰਨ ਬਾਹਰ ਆ ਗਈ। ਸਰ ਜਦੋਂ ਫਿਲਮ ਰਿਲੀਜ਼ ਹੋਏਗੀ ਤੇ ਅਸੀਂ ਇੱਕ ਪ੍ਰੋਗਰਾਮ ਹੋਰ ਰੱਖਾਂਗੇ ਫਿਰ ਤੁਹਾਡੇ ਨਾਲ ਇਨਸ਼ਾਅੱਲਾ। ਤੇ ਸਰ ਅਸੀਂ ਬਚਪਨ ਤੋਂ ਵੇਖਦੇ ਆ ਰਹੇ ਹਾਂ ਕਿ ਜਿਹੜੇ ਸ਼ਾਦੀਆਂ ਤੇ ਫੰਕਸ਼ਨਸ ਤੇ ਜਿਹੜੇ ਵੀ ਸੌਂਗਸ ਪਲੇ ਕੀਤੇ ਜਾਂਦੇ ਨੇ ਸਰ, ਉਹ ਹਮੇਸ਼ਾ ਪੰਜਾਬੀ ਸੌਂਗਸ ਹੀ ਹੁੰਦੇ ਨੇ ਤੇ ਉਹ ਬਹੁਤ ਹੀ ਐਨਰਜੈਟਿਕ ਸੌਂਗਸ ਹੁੰਦੇ ਨੇ। ਤੇ ਮੇਰੇ तमाम व्यूअर्स भी चाहेंगे कि थोड़ा जा सर कोई अपना गीत कोई हो जाए सर। हाँ जी, ਕੋਈ ਨਹੀਂ ਜੀ, ਉਹ ਮੈਂ ਜ਼ਰੂਰ ਮੈਂ ਕਰਾਂਗਾ। ਲੇਕਿਨ ਦੇਖੋ ਆਪਾਂ ਜਿਵੇਂ ਤੁਸੀਂ ਹੁਣ ਆਪਣੇ ਆਪ ਖੁਦ ਕਿਹਾ ਕਿ ਜਿੱਥੇ ਵੀ ਆਪਾਂ ਖੁਸ਼ੀ ਦੇ ਮੌਕੇ ਤੇ ਜਾਈਏ ਉੱਥੇ ਹਮੇਸ਼ਾ ਭੰਗੜਾ ਹੀ ਤਾਂ ਪੈਂਦਾ ਜੇਕਰ ਪੰਜਾਬੀ ਗੀਤ ਹੋਵੇ, ਔਰ ਖੁਸ਼ੀਆਂ ਤਾਂ ਮਨਾਈ ਜਾਂਦੀਆਂ ਨੇ ਜਿੱਥੇ ਪੰਜਾਬੀ ਗੀਤ ਹੋਵੇ। ਔਰ ਜੇਕਰ ਪੰਜਾਬੀ ਦੇ ਨਾਲ ਹੀ ਖੁਸ਼ੀਆਂ ਮਨਾਈਆਂ ਜਾਂਦੀਆਂ ਤਾਂ ਫਿਰ ਆਪਾਂ ਇਹਦੇ ਚ ਮਾਂ ਬੋਲੀ ਨੂੰ ਆਪਣੀ ਬੋਲਣ ਦੇ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ? ਇਹ ਸੋਚਣ ਵਾਲੀ ਗੱਲ ਹੈ, ਦੇਖੋ ਨਹੀਂ। ਔਰ ਇਸ ਕਰਕੇ ਔਰ ਹਾਂਜੀ, ਮੈਂ ਬਾਕੀ ਜਿਹੜਾ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਆਪ ਹੀ ਮੈਂ ਥੋੜਾ ਬਹੁਤਾ ਲਿਖਾਂ ਵੀ ਔਰ ਗਾਵਾਂ ਵੀ। ਔਰ ਇਸ ਕਰਕੇ ਮੈਂ ਆਪ ਹੀ ਮੈਂ ਗੀਤ ਮੈਂ ਲਿਖੇ ਵੀ ਨੇ ਕਾਫੀ ਸਾਰੇ, ਔਰ ਮੈਂ ਆਪੇ ਹੀ ਮੈਂ ਗਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਲੇਕਿਨ ਇਹ ਚੀਜ਼ ਐਸੀ ਹੈ ਕਿ ਬਹੁਤ ਦੂਰ ਦੀ ਗੱਲ ਹੈ ਕਿ ਇਨਸਾਨ ਇਹਦੇ ਵਿੱਚ ਪਰਫੈਕਟ ਹੋ ਜਾਵੇ। ਇਹ ਤਾਂ ਸਾਰੀ ਉਮਰ ਇਨਸਾਨ ਸਿੱਖਦਾ ਹੈ, ਔਰ ਮੈਂ ਵੀ ਫਿਲਹਾਲ ਸਿੱਖ ਹੀ ਰਿਹਾ। ਮੈਂ ਕੋਈ ਵੱਡਾ ਆਰਟਿਸਟ ਹੈ ਨਹੀਂ, ਪਰ ਲੇਕਿਨ ਇਹ ਹੈ ਕਿ ਆਪਣੇ ਵੱਲੋਂ ਜਿੰਨੀ ਅਸੀਂ ਛਾਲ ਮਾਰ ਸਕਦੇ ਹਾਂ ਉਨੀ ਮਾਰ ਸਕਦੇ ਹਾਂ, ਔਰ ਇਸ ਕਰਕੇ ਕੋਸ਼ਿਸ਼ ਜ਼ਰੂਰ ਕਰੀਦੀ ਹੈ। ਔਰ ਇਹ ਮੇਰਾ ਪਿੱਛੇ ਯਾਨੀ ਕਿ ਪਿਛਲੇ ਇੱਕ ਮੈਂ ਹੋਰ ਪਹਿਲਾਂ ਗੀਤ, ਸਭ ਤੋਂ ਪਹਿਲਾਂ ਮੈਂ ਐਲਬਮ ਰਿਲੀਜ਼ ਕੀਤੀ ਸੀ ਕਿ ਬੈਕ ਟੂ ਦ ਫਿਊਚਰ, ਕਾਫੀ ਅਰਸਾ ਪਹਿਲਾਂ। ਫਿਰ ਬਹੁਤ ਯਾਨੀ ਕਿ ਉਹਦੇ ਵਿੱਚ ਵਕਫਾ ਪੈ ਗਿਆ, ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਗੀਤ ਰਿਲੀਜ਼ ਕੀਤਾ ਸੀਗਾ, ਮਿੱਤਰਾਂ ਦੇ ਮੋਢਿਆਂ ਤੇ ਚੜ ਚੜ ਕੇ ਯਾਰਾਂ ਬੇਲੀਆਂ ਨੇ ਅੱਜ ਪਾਉਣਾ ਭੰਗੜਾ। ਕਿਉਂਕਿ ਹਰ ਇੱਕ ਕੋਈ ਗਾਹਕ ਹੈ, ਤੁਹਾਨੂੰ ਪਤਾ ਖੁਸ਼ੀ ਦਾ ਹੀ ਗਾਹਕ ਹੈ, ਔਰ ਬਹੁਤ ਘੱਟ ਲੋਕ ਨੇ ਜਿਹੜੇ ਮਾਯੂਸ ਹੋਣਾ ਚਾਹੁੰਦੇ ਨੇ। ਔਰ ਖਾਸ ਕਰਕੇ ਜਦੋਂ ਬਾਹਰਲੇ ਦੇਸ਼ਾਂ 'ਚ ਇਨਸਾਨ ਜਾਂਦਾ ਤਾਂ ਬਾਹਰ ਖੁਸ਼ੀ ਰਹਿਣਾ ਚਾਹੁੰਦਾ ਨਾ, ਕਿਉਂਕਿ ਪਹਿਲਾਂ ਹੀ ਸਟ੍ਰੈਸ ਬਹੁਤ ਹੁੰਦੀ ਹੈ ਦਿਮਾਗਾਂ ਦੇ ਉੱਤੇ। ਔਰ ਇਸ ਕਰਕੇ ਫਿਰ ਮੈਂ ਗੀਤ ਕੀਤਾ ਪਿਛਲੇ ਸਾਲ ਕਿ ਮਿੱਤਰਾਂ ਦੇ ਮੋਢਿਆਂ ਤੇ ਚੜ ਚੜ ਕੇ। ਤੇ ਇਸ ਸਾਲ ਮੈਂ ਪਿਛਲੇ ਉਸ ਤੋਂ ਇੱਕ ਮੈਂ ਗੀਤ ਰਿਲੀਜ਼ ਕੀਤਾ ਜਿਹੜਾ ਫਿਲਹਾਲ ਚੱਲ ਰਿਹਾ, ਉਹ ਹੈ ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ। ਉਹ ਤੇ ਇਹ ਵੀ ਫਿਲਹਾਲ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ। ਔਰ ਜੇਕਰ ਸਾਡੇ ਦਰਸ਼ਕ ਦੇਖਣਾ ਚਾਹੁਣ ਤਾਂ YouTube ਦੇ ਉੱਤੇ ਜਾ ਕੇ ਮਿੱਤਰਾਂ ਦੇ ਮੋਢਿਆਂ ਤੇ ਪਾ ਕੇ ਤੇ ਨਾਲ UK ਮਿਊਜ਼ਿਕ ਰੈਕੋਰਡ ਤੇ ਉਧਰੋਂ ਜੇ ਢੋਲ ਵਾਲਿਆ ਤੇ UK ਮਿਊਜ਼ਿਕ ਰੈਕੋਰਡ ਜਦੋਂ ਤੁਸੀਂ ਟਾਈਪ ਕਰੋਗੇ ਤਾਂ ਆਪਣੇ ਆਪ ਖੁਦ ਆ ਜਾਏਗੀ। ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਆਪਣੇ YouTube ਦੇ ਚੈਨਲ ਦੇ ਉੱਤੇ। ਔਰ ਹੋਰ ਵੀ ਮੇਰੇ ਬਹੁਤ ਕਾਫੀ ਸਾਰੇ ਗੀਤ ਆ ਰਹੇ ਨੇ, ਔਰ ਉਹਦੀਆਂ ਮੈਂ ਦੋ ਲਾਈਨਾਂ ਤੁਹਾਨੂੰ ਮੈਂ ਸੁਣਾ ਦਿੰਦਾ ਜਿਹੜਾ ਮੈਂ ਫਿਲਹਾਲ ਮੈਂ ਗੀਤ ਮੈਂ ਰਿਲੀਜ਼ ਕੀਤਾ। ਤੇ ਉਹ ਅਜੇ ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ। ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ, ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ, ਉਹ ਸੱਜਣਾ ਤੇ ਬੇਲੀਆਂ ਨੂੰ ਭੰਗੜੇ ਪਵਾਈ ਜਾ। ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ, ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ। ਹਾਂਜੀ, ਇਸ ਤਰ੍ਹਾਂ ਦੇ ਦੋ ਚਾਰ ਲਾਈਨਾਂ। ਔਰ ਜੇਕਰ ਪੂਰਾ ਗੀਤ ਸੁਣਨਾ ਚਾਹੋ ਔਰ ਤੁਸੀਂ YouTube ਦੇ ਉੱਤੇ ਸੁਣ ਸਕਦੇ ਹੋ। सर, और इसके अलावा वैसे और भी बहुत सारे मैं गीत लिखे ने और गाए ने, और बहुत सारे गीत मेरे आ भी रहे ने। और वैसे मेरी हमेशा कोशिश ये होया करती है कि मैं साफ सुथरा ही लिखा और साफ सुथरे गीत ਅਸੀਂ गाइए और साफ सुथरी वीडियो बनाइए
ਜਿਹੜਾ ਕਿ ਅਸੀਂ ਬੈਠ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਂ-ਬਾਪ ਦੇ ਸਾਹਮਣੇ ਭੈਣ ਭਰਾਵਾਂ ਦੇ ਸਾਹਮਣੇ ਅਸੀਂ ਦੇਖ ਸਕੀਏ ਔਰ ਇਹ ਨਾ ਹੋਵੇ ਕਿ ਸਾਨੂੰ ਦੇਖਣ ਵੇਲੇ ਔਰ ਸਾਨੂੰ ਸੁਣਨ ਵੇਲੇ ਕੋਈ ਸ਼ਰਮ ਮਹਿਸੂਸ ਹੋਵੇ। ਸ਼ਰਮ ਮਹਿਸੂਸ, ਬਿਲਕੁਲ ਦੁਰਸਤ ਫਰਮਾਇਆ ਸਰ। ਤੁਸੀਂ ਬੜੇ ਹੀ ਪਿਆਰੇ ਇਨਸਾਨ ਹੋ। ਤੇ ਸਰ ਆਖਰ ਵਿੱਚ ਤੁਸੀਂ ਕੋਈ ਯੂਥ ਨੂੰ ਮੈਸੇਜ ਦੇਣਾ ਚਾਹੋ ਤੇ ਜ਼ਰੂਰ ਦੇ ਦਿਓ। ਵੈਸੇ ਜੀ ਮੈਂ ਤੇ ਇਹੋ ਜਿਹੀ ਕੋਈ ਹੈਸੀਅਤ ਨਹੀਂ, ਹਾਂ ਕੋਈ ਮੈਸੇਜ ਮੈਂ ਕੋਈ ਐਡਾ ਵੱਡਾ ਮੈਂ ਦੇ ਸਕਾਂ, ਮੈਂ ਤੇ ਫਿਲਹਾਲ ਆਪ ਮੈਂ ਨਿਮਾਣਾ ਜਿਹਾ ਅਦਨਾ ਜਿਹਾ ਬੰਦਾ, ਮੈਂ ਸਿੱਖਣ ਦੀ ਕੋਸ਼ਿਸ਼ ਮੈਂ ਕਰ ਰਿਹਾ ਔਰ ਸਗੋਂ ਤੁਸੀਂ ਸਾਰੇ ਰਲ ਕੇ ਮੇਰੇ ਵਾਸਤੇ ਵੀ ਦੁਆਵਾਂ ਕਰੋ ਕਿ ਰੱਬ ਸਾਨੂੰ ਹੋਰ ਵੀ ਸਮਤ ਦੇਵੇ, ਅਸੀਂ ਹੋਰ ਵੀ ਅੱਗੇ ਤੋਂ ਅੱਛਾ ਕੰਮ ਕਰੀਏ ਤੁਹਾਡੇ ਵਾਸਤੇ ਔਰ ਆਪਣੀ ਮਾਂ ਬੋਲੀ ਵਾਸਤੇ, ਆਪਣੀ ਮਾਂ ਬੋਲੀ ਨੂੰ ਇਸੇ ਤਰ੍ਹਾਂ ਅੱਗੇ ਵੱਲ ਨੂੰ ਲੈ ਕੇ ਜਾਈਏ। ਔਰ ਇਹੀ ਮੈਂ ਕਹਾਂਗਾ ਕਿ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰੋ, ਆਪਣੇ ਮਾਂ-ਬਾਪ ਦੇ ਨਾਲ ਪਿਆਰ ਕਰੋ, ਕਿਉਂਕਿ ਜਿਹੜੇ ਇਨਸਾਨ ਨੂੰ ਆਪਣਿਆਂ ਦੇ ਨਾਲ ਪਿਆਰ ਨਹੀਂ ਔਰ ਉਹ ਦੂਸਰਿਆਂ ਦੇ ਨਾਲ ਵੀ ਉਹ ਪਿਆਰ ਨਹੀਂ ਕਰ ਸਕਦਾ। ਔਰ ਦੇਖੋ ਆਪਾਂ ਤਾਂ ਹੀ ਜੇਕਰ ਆਪਣਾ ਵਿਸ਼ਵਾਸ ਅਸੀਂ ਆਪਣਿਆਂ ਤੇ ਨਹੀਂ ਬਣਾਵਾਂਗੇ ਨਾ ਤਾਂ ਦੂਸਰਾ ਇਨਸਾਨ ਤੁਹਾਡੇ ਤੇ ਕਦੇ ਵੀ ਵਿਸ਼ਵਾਸ ਨਹੀਂ ਕਰੇਗਾ। ਔਰ ਇਸ ਕਰਕੇ ਕੋਸ਼ਿਸ਼ ਹਮੇਸ਼ਾ ਆਪਾਂ ਇਹੀ ਕਰੀਏ ਕਿ ਆਪਣੇ ਮਾਂ-ਬਾਪ ਨੂੰ ਸਭ ਤੋਂ ਪਹਿਲਾਂ ਰੱਖੀਏ ਔਰ ਉਹਨਾਂ ਦਾ ਖਿਆਲ ਰੱਖੀਏ, ਉਹਨਾਂ ਦੀ ਮੰਨੀਏ, ਉਹਨਾਂ ਦੇ ਪਾਏ ਪੂਰਨੀਆਂ ਦੇ ਉੱਤੇ ਅਸੀਂ ਸਾਰੇ ਚੱਲੀਏ, ਆਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰੀਏ ਔਰ ਮਾਂ ਬੋਲੀ ਤੋਂ ਕਦੇ ਵੀ ਦੂਰ ਨਾ ਜਾਈਏ। ਔਰ ਕਿਉਂਕਿ ਮਾਂ ਬੋਲੀ ਦੇ ਵਿੱਚ ਜੋ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ ਉਹ ਕਿਸੇ ਹੋਰ ਬੋਲੀ ਦੇ ਵਿੱਚ ਅਸੀਂ ਆਪਣਾ ਕਦੇ ਵੀ ਸਾਂਝਾ ਨਹੀਂ ਕਰ ਸਕਦੇ। ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮੈਂ ਤੇ ਇਹੀ ਕਹਾਂਗਾ ਕਿ ਸਰ ਤੁਸੀਂ ਮਜ਼ੀਦ ਤਰੱਕੀਆਂ ਕਰੋ ਤੇ ਤਰੱਕੀਆਂ ਤੁਹਾਡੇ ਕਦਮ ਚੁੰਮਣ ਸਰ। ਬਹੁਤ ਸ਼ੁਕਰੀਆ ਸਰ। ਤੋਂ ਆਪਣੇ ਬਿਜ਼ੀ ਬਹੁਤ ਹੀ ਖੁਸ਼ੀ ਸ਼ਡਿਊਲ ਹੋਈ ਹੈ ਜੀ, ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਟਾਈਮ ਗੱਲ ਕਰਕੇ ਔਰ ਮੇਰੀਆਂ ਵੀ ਇਹੀ ਦੁਆਵਾਂ ਨੇ ਰੱਬ ਤੁਹਾਨੂੰ ਵੀ ਹਮੇਸ਼ਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਹਮੇਸ਼ਾ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ। ਔਰ ਸਾਡੇ ਸਾਰੇ ਦਰਸ਼ਕ ਜਿੱਥੇ ਜਿੱਥੇ ਵੀ ਸਾਨੂੰ ਦੇਖ ਰਹੇ ਨੇ ਔਰ ਤੁਸੀਂ ਤੁਹਾਡੇ ਵਾਸਤੇ ਵੀ ਇਹੀ ਦੁਆਵਾਂ ਨੇ, ਰੱਬ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ, ਖੁਸ਼ ਰੱਖੇ ਔਰ ਇਸੇ ਤਰ੍ਹਾਂ ਹੀ ਤੁਸੀਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਪਿਆਰ ਕਰਦੇ ਰਹੋ, ਆਪਣੇ ਮਾਂ-ਬਾਪ ਦੇ ਨਾਲ ਪਿਆਰ ਕਰੋ, ਆਪਣੇ ਭੈਣ ਭਰਾਵਾਂ ਦੇ ਨਾਲ ਪਿਆਰ ਕਰੋ ਔਰ ਆਪਣਿਆਂ ਦੇ ਨਾਲ ਵੀ ਪਿਆਰ ਕਰੋ। ਇੱਕ ਤਰ੍ਹਾਂ ਦਾ ਇਨਸਾਨ ਸਮਝ ਕੇ ਅਸੀਂ ਸਾਰਿਆਂ ਨੂੰ ਇੱਕੋ ਇਨਸਾਨ ਹੀ ਸਮਝੀਏ। ਇਨਸਾਨੀਅਤ ਦੇ ਤੌਰ ਤੇ ਅਸੀਂ ਸਾਰਿਆਂ ਦੇ ਨਾਲ, ਸਾਰੀ ਦੁਨੀਆ ਦੇ ਨਾਲ, ਸਾਰੀ ਖਲਕਤ ਦੇ ਨਾਲ ਪਿਆਰ ਦਾ ਹੀ ਸੰਦੇਸ਼ ਦੇਈਏ ਔਰ ਪਿਆਰ ਦਾ ਹੀ ਸੰਦੇਸ਼ ਲਈਏ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਸਲਾਮਤ ਰੱਖੇ। ਇਜਾਜ਼ਤ ਚਾਹਾਂਗਾ ਤੁਹਾਡੇ ਕੋਲੋਂ। ਅੱਲਾ ਹਾਫਿਜ਼ ਸਰ। ਰੱਬ ਰੱਖਾ ਜੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।